Hello everyone, welcome to Victor's Knowledge. This is Chinu Sharma and ਅੱਜ ਆਪਾਂ ਇੱਕ ਹੋਰ ਟੌਪਿਕ ਕੰਪਿਊਟਰ ਨੌਲੇਜ ਐਂਡ ਡਿਜੀਟਲ ਅਵੇਅਰਨੈਸ ਸਿਲੇਬਸ ਦੇ ਵਿੱਚੋਂ ਕਰਨ ਜਾ ਰਹੇ ਹਾਂ ਜਿਹੜਾ ਆਉਣ ਵਾਲਾ ਪੰਜਾਬ ਸਬ ਇੰਸਪੈਕਟਰ ਦਾ ਪੇਪਰ ਹੈ 2021 ਦਾ। ਇਹਦੇ ਵਿੱਚ ਸਪੈਸੀਫਿਕਲੀ ਸਿਲੇਬਸ ਦੇ ਵਿੱਚ ਇਹ ਟੌਪਿਕ ਮੈਂਸ਼ਨਡ ਹੈ ਤੇ ਇਹ ਜਿਹੜਾ ਟੌਪਿਕ ਹੈ ਇਹ ਤੁਸੀਂ ਇਹ ਕਹਿ ਲਓ ਵੀ ਕੰਪਿਊਟਰ ਸਬਜੈਕਟ ਦਾ ਆਲਮੋਸਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਟੌਪਿਕ ਇਹੀ ਹੈ क्योंकि ਇਹਦੇ ਵਿੱਚ ਆਪਾਂ ਵੈਬ ਸਰਚ ਇੰਜਨ ਦੀ ਥਿਊਰੀ ਦੇ ਨਾਲ ਇੰਪੋਰਟੈਂਟ ਜਿਹੜੇ ਸਰਚ ਇੰਜਨ ਨੇ ਜਿਵੇਂ ਗੂਗਲ ਹੋ ਗਿਆ ਯਾਹੂ ਹੋ ਗਿਆ ਉਹਨਾਂ ਬਾਰੇ ਵੀ ਨਾਲ ਦੀ ਨਾਲ ਹੀ ਪੜਾਂਗੇ। ਸੋ ਇਹ ਜਿਹੜੀ ਪੂਰੀ ਲੈਕਚਰ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਨਾ ਹੈ ਕਿਉਂਕਿ ਇਹਨੂੰ ਸੁਣਨ ਤੋਂ ਬਾਅਦ ਹੀ ਮੈਂ ਐਂਡ ਤੇ ਕੁਝ 5 MCQ ਪਾਏ ਹੋਏ ਨੇ ਤੁਸੀਂ ਉਹ MCQ ਨੂੰ ਅਟੈਂਪਟ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਕਮੈਂਟ ਬਾਕਸ ਦੇ ਵਿੱਚ ਆਨਸਰਸ ਲਿਖਣੇ ਨੇ। ਮੈਂ ਤੁਹਾਨੂੰ ਰਿਪਲਾਈ ਕਰਕੇ ਦੱਸ ਦੂੰਗੀ ਕਿ ਤੁਹਾਡੇ ਆਨਸਰ ਸਹੀ ਨੇ ਕਿ ਗਲਤ ਹੈ। ਸੋ ਤੁਸੀਂ ਇਸ ਟੌਪਿਕ ਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਅੱਜ ਸੁਣਨਾ ਹੈ ਤੇ ਸਮਝਣਾ। ਸੋ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਇੰਟਰੋਡਕਸ਼ਨ ਸਰਚ ਇੰਜਨ ਵਰਡ ਦਾ ਮਤਲਬ ਕੀ ਹੈ, ਸਰਚ ਇੰਜਨ ਹੁੰਦਾ ਕੀ ਹੈ। ਸੋ ਕਹਿੰਦੇ ਸਰਚ ਇੰਜਨ ਸਿੰਪਲੀ ਮੈਂ ਤੁਹਾਨੂੰ ਸਾਰਾ ਇਹ ਟੌਪਿਕ ਗੂਗਲ ਦੀ ਐਗਜ਼ਾਮਪਲ ਦੇ ਕੇ ਸਮਝਾਉਂਗੀ ਕਿਉਂਕਿ ਆਪਾਂ ਅੱਜਕੱਲ ਗੂਗਲ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਾਂ। ਸੋ ਗੂਗਲ ਦੇ ਵਿੱਚ ਜਦੋਂ ਵੀ ਆਪਾਂ ਕੋਈ ਇਸ ਤਰ੍ਹਾਂ ਦਾ ਟੈਬ ਹੁੰਦਾ ਹੈ ਉਰੇ ਸਰਚ ਦੀ ਆਪਸ਼ਨ ਹੁੰਦੀ ਆ ਆਪਾਂ ਉਰੇ ਕੁਝ ਵੀ ਲਿਖਦੇ ਹਾਂ ਜਿਹੜੀ ਇਹ ਚੀਜ਼ ਆਪਾਂ ਨੂੰ ਦਿੱਤੀ ਹੋਈ ਹੈ ਇੰਟਰਨੈਟ ਦੇ ਥਰੂ ਕੁਝ ਵੀ ਸਰਚ ਕਰਨ ਦੀ ਜਿਹੜੀ ਇਹ ਇੱਕ ਫੈਸਿਲਿਟੀ ਹੈ ਇਸ ਫੈਸਿਲਿਟੀ ਨੂੰ ਹੀ ਸਰਚ ਇੰਜਨ ਕਿਹਾ ਜਾਂਦਾ ਹੈ। ਸੋ ਕਹਿੰਦੇ ਸਰਚ ਇੰਜਨ ਦਾ ਸਿੰਪਲੀ ਮਤਲਬ ਹੈ ਕਿ huge database of internet resources such as web page, news group, program, images। ਸੋ ਕਹਿੰਦੇ ਜਦੋਂ ਵੀ ਆਪਾਂ अपना एक ब्राउजर है कोई भी वर्ल्ड वाइड वैब कोई भी अपना ब्राउजर तुसी खोल लो गूगल क्रोम खोल लो मॉजिला फायरफॉक्स सफारी कोई भी खोल लो या फिर इंटरनेट एक्सप्लोरर सिंपल खोल लो ਉਹਦੇ ਵਿੱਚ ਜੇ ਜਾ ਕੇ ਤੁਸੀਂ ਗੂਗਲ ਸਰਚ ਕਰਦੇ ਹੋ ਤਾਂ ਕਹਿੰਦੇ ਉਹ ਗੂਗਲ ਜਿਹੜੀ ਇੱਕ ਚੀਜ਼ ਹੈ ਉਹ ਇੱਕ ਸਰਚ ਇੰਜਨ ਹੈ। ਉਹਦੇ ਵਿੱਚ ਕੀ ਹੈ ਕਿ ਤੁਹਾਡੇ ਕੋਲ ਵੱਖ-ਵੱਖ ਤਰ੍ਹਾਂ ਦੀ ਆਪਸ਼ਨ ਆ ਜਾਂਦੀਆਂ ਨੇ। ਫੋਰ ਐਗਜ਼ਾਮਪਲ ਤੁਸੀਂ ਇੰਡੀਆ ਲਿਖਿਆ ਤਾਂ ਉਹਦੇ ਵਿੱਚ ਤੁਹਾਨੂੰ ਇੰਡੀਆ ਨਾਲ ਰਿਲੇਟਡ ਵੈਬ ਪੇजेस ਆ ਜਾਣਗੇ ਵਿਕੀਪੀਡੀਆ ਜੋ ਇੰਡੀਆ ਨਾਲ ਰਿਲੇਟਡ ਨਿਊਜ਼ ਮਿਲ ਜਾਣਗੀਆਂ ਕੋਈ ਹੋਰ ਤੁਹਾਨੂੰ ਵੀਡੀਓ ਮਿਲ ਜੂਗੀ ਇਮੇजेस ਮਿਲ ਜਾਣਗੀਆਂ ਮੈਪ ਖੁੱਲ ਜਾਂਦਾ। ਸੋ ਕਹਿੰਦੇ ਇੱਕ ਵਾਈਡ ਵੈਰਾਈਟੀ ਹਿਊਜ ਡੇਟਾਬੇਸ ਬਹੁਤ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਆਪਾਂ ਨੂੰ ਇੱਕ ਜਗ੍ਹਾ ਤੋਂ ਸਰਚ ਕਰਕੇ ਮਿਲ ਜਾਣ ਉਸ ਜਗ੍ਹਾ ਨੂੰ ਸਰਚ ਇੰਜਨ ਕਿਹਾ ਜਾਂਦਾ ਹੈ ਜਿੱਥੇ ਆਪਾਂ ਕੋਈ ਚੀਜ਼ ਲੱਭਦੇ ਹਾਂ ਇੰਟਰਨੈਟ ਦੀ ਵਰਤੋਂ ਦੇ ਨਾਲ। ਸੋ ਆਈ ਹੋਪ ਤੁਹਾਨੂੰ ਮਤਲਬ ਕਲੀਅਰ ਹੋ ਗਿਆ ਗੂਗਲ ਦੀ ਐਗਜ਼ਾਮਪਲ ਦੇ ਨਾਲ ਕਿ ਸਰਚ ਇੰਜਨ ਕੀ ਹੈ। ਸੋ ਜਿਹੜਾ ਯੂਜ਼ਰ ਹੈ ਉਹ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਸਰਚ ਕਰ ਸਕਦੇ ਆ। ਆਪਾਂ ਨੇ ਸਿਰਫ ਤੁਸੀਂ ਦੇਖਿਆ ਹੋਊਗਾ ਆਪਾਂ ਸਿਰਫ ਇੱਕ ਦੋ ਵਰਡ ਲਿਖਣ ਲੱਗਦੇ ਆ ਨੀਚੇ ਬਹੁਤ ਸਾਰੀਆਂ ਆਪਸ਼ਨਸ ਆਪਣੇ ਆਪ ਆਪਾਂ ਨੂੰ ਦਿਖਣ ਲੱਗ ਜਾਂਦੀਆਂ ਨੇ ਗੂਗਲ ਦੇ ਉੱਤੇ। ਫੋਰ ਐਗਜ਼ਾਮਪਲ ਤੁਸੀਂ ਇਹੀ ਟੌਪਿਕ ਜੇ ਸਰਚ ਕਰੋ ਤਾਂ ਤੁਹਾਨੂੰ ਤੁਸੀਂ ਸਿਰਫ ਵੈਬ ਸਰਚ ਲਿਖੋਗੇ ਨਾਲ ਇੰਜਨਸ ਇਟਸ ਐਪਲੀਕੇਸ਼ਨ ਟਾਈਪ ਉਹ ਚੀਜ਼ਾਂ ਤੁਹਾਨੂੰ ਆਪਣੇ ਆਪ ਨੀਚੇ ਆਉਣ ਲੱਗ ਜਾਣਗੀਆਂ ਗੂਗਲ ਦੇ ਵਿੱਚ। ਸੋ ਕਹਿੰਦੇ ਤੁਸੀਂ ਸਿਰਫ ਕੁਝ ਕੀਵਰਡਸ ਪਾ ਸਕਦੇ ਹੋ ਕੋਈ ਫਰੇਜ਼ ਪਾ ਸਕਦੇ ਹੋ ਛੋਟਾ ਜਿਹਾ ਕੋਈ ਥੋੜਾ ਹਾਫ ਟਾਈਟਲ ਚੀਜ਼ ਦੀ ਪਾ ਸਕਦੇ ਹੋ ਤੁਹਾਨੂੰ ਬਹੁਤ ਸਾਰੀਆਂ ਆਪਸ਼ਨਸ ਸਰਚ ਦੇ ਵਿੱਚ ਮਿਲ ਜਾਣਗੀਆਂ। ਫਿਰ ਕਹਿੰਦੇ ਜਦੋਂ ਆਪਾਂ ਨੇ ਸਰਚ ਕਰ ਲਈ ਤਾਂ ਆਪਣੇ ਕੋਲ ਇੱਕ ਵਾਈਡ ਵੈਰਾਈਟੀ ਸਕਰੀਨ ਦੇ ਉੱਤੇ ਬਹੁਤ ਸਾਰੀਆਂ ਆਪਸ਼ਨਸ ਆ ਜਾਣਗੀਆਂ ਤੇ ਜਿਹੜਾ ਯੂਜ਼ਰ ਹੈ ਆਪਾਂ ਜਿਨ੍ਹਾਂ ਨੇ ਉਹ ਸਰਚ ਕੀਤੀ ਹੈ ਚੀਜ਼ ਉਹਨੂੰ ਚੁਆਇਸ ਮਿਲ ਜਾਂਦੀ ਹੈ ਕਿ ਹੁਣ ਉਹਨੇ ਕਿਹੜੀ ਇਨਫੋਰਮੇਸ਼ਨ ਖੋਲ ਕੇ ਚੀਜ਼ ਦੇਖਣੀ ਹੈ। ਸੋ ਸਰਚ ਇੰਜਨ ਕੁਝ ਨਹੀਂ ਹੈ ਇੱਕ ਸੌਫਟਵੇਅਰ ਸਿਸਟਮ ਹੈ ਜਿਹਦੇ ਥਰੂ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਉੱਤੇ ਸਰਚ ਕਰਦੇ ਹਾਂ ਆਪਾਂ ਚੀਜ਼ਾਂ ਨੂੰ ਲੱਭਦੇ ਹਾਂ। ਸੋ ਦੇ ਸਰਚ ਦ ਵਰਲਡ ਵਾਈਡ ਵੈਬ ਇਨ ਅ ਸਿਸਟਮੈਟਿਕ ਵੇ ਕਹਿੰਦੇ ਸਰਚ ਇੰਜਨ ਆਪਾਂ ਨੂੰ ਇੱਕ ਸਿਸਟਮੈਟਿਕ ਇੱਕ ਸਲੀਕੇ ਨਾਲ ਚੱਲਣ ਵਾਲੀ ਚੀਜ਼ ਦੇਤੀ ਇੰਟਰਨੈਟ ਨੇ ਟੈਕਨੋਲੋਜੀ ਨੇ मतलब ਆਪਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਭਟਕਣਾ ਨਹੀਂ ਪੈਂਦਾ ਆਪਾਂ ਸਿੱਧਾ ਗੂਗਲ ਖੋਲਦੇ ਆ ਆਪਾਂ ਨੂੰ ਜੋ ਵੀ ਚੀਜ਼ ਦੀ ਨੌਲੇਜ ਦੀ ਲੋੜ ਹੈ ਆਪਾਂ ਨੂੰ ਇੱਕ ਜਗ੍ਹਾ ਤੇ ਮਿਲ ਜਾਂਦੀ ਹੈ। ਸੋ ਸਰਚ ਇੰਜਨ ਇੱਕ ਸਿੰਪਲ ਸੌਫਟਵੇਅਰ ਹੈ ਜਿਹੜਾ ਕਿ ਸਿਸਟਮੈਟਿਕ ਤਰੀਕੇ ਦੇ ਨਾਲ ਕੰਮ ਕਰਦਾ। ਸੋ ਕਹਿੰਦੇ ਜਿਹੜਾ ਸਰਚ ਰਿਜ਼ਲਟ ਹੈ ਉਹ ਲਾਈਨਸ ਦੀ ਫਾਰਮ ਚ ਹੁੰਦਾ ਆਪਾਂ ਨੇ ਦੇਖਿਆ ਜਿਵੇਂ ਮੰਨ ਲਓ ਆ ਗੂਗਲ ਦਾ ਉਰੇ ਗੂਗਲ ਆਪਣੇ ਸਰਚ ਕੀਤਾ ਆਪਣੇ ਕੋਲ ਲਾਈਨ ਦੀ ਫਾਰਮ ਵਿੱਚ ਬਹੁਤ ਸਾਰੀਆਂ ਇੱਕ ਤੋਂ ਬਾਅਦ ਇੱਕ ਨੀਚੇ ਦੀ ਨੀਚੇ ਆਪਸ਼ਨਸ ਮਿਲਦੀਆਂ ਨੇ ਤੇ ਅੱਗੇ ਦੇ ਅੱਗੇ ਆਪਾਂ ਪੇजेस ਵੀ ਕੱਢ ਕੇ ਦੇਖ ਸਕਦੇ ਹਾਂ ਜੇ ਆਪਾਂ ਨੂੰ ਇੱਕ ਪੇਜ ਦੀ ਇਨਫੋਰਮੇਸ਼ਨ ਜੋ ਕੁਝ ਨਹੀਂ ਚਾਹਦਾ ਤਾਂ ਆਪਾਂ ਅੱਗੇ ਨੈਕਸਟ ਕਰਕੇ ਅਲੱਗ ਪੇਜ ਦੇ ਵਿੱਚ ਉਹਦੀ ਇਨਫੋਰਮੇਸ਼ਨ ਦੇਖ ਸਕਦੇ ਹਾਂ। ਸੋ ਕਹਿੰਦੇ ਜਿਹੜੇ ਇਹ ਰਿਜ਼ਲਟ ਆਉਂਦੇ ਨੇ ਪੇਜ ਦੇ ਰਿਜ਼ਲਟ ਆਉਂਦੇ ਨੇ ਬਹੁਤ ਇੰਪੋਰਟੈਂਟ ਟਰਮ ਹੈ ਇਹਨੂੰ ਆਪਾਂ SERP ਕਹਿੰਦੇ ਆ ਸਰਪ
सर्च इंजन रिजल्ट पेजिस ਜਿਹੜੇ ਸਰ ਗੂਗਲ ਦੇ ਉੱਤੇ ਇੰਡੀਆ ਭਰਨ ਤੋਂ ਬਾਅਦ ਵਿਕੀਪੀਡੀਆ ਸਮਝ ਲਓ ਆਉਂਦਾ ਜਾਂ ਕੋਈ ਨਿਊਜ਼ ਆਉਂਦੀ ਹੈ ਇੰਡੀਆ ਦੀ, ਉਹ ਸਾਰੀਆਂ ਚੀਜ਼ਾਂ ਕੀ ਨੇ, ਉਹ ਸਰਚ ਇੰਜਨ ਰਿਜ਼ਲਟ ਪੇਜ ਨੇ। ਇਹ ਤੁਸੀਂ ਫੁੱਲ ਫਾਰਮ ਸਰਪ ਦੀ ਯਾਦ ਰੱਖਣੀ ਹੈ। The information may be a mix of link to web pages, images। ਮੈਂ ਤੁਹਾਨੂੰ ਆਲਰੇਡੀ ਦੱਸ ਹੀ ਚੁੱਕੀ ਹਾਂ ਵੀ ਜਿਹੜੀ ਉੱਥੋਂ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਸਰਚ ਕਰਨ ਤੋਂ ਬਾਅਦ, ਉਹ ਬਹੁਤ ਸਾਰੀਆਂ ਅਲੱਗ-ਅਲੱਗ ਵੱਖ-ਵੱਖ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ। ਕੋਈ ਆਰਟੀਕਲ ਹੁੰਦੇ ਨੇ, ਰਿਸਰਚ ਪੇਪਰ ਹੁੰਦੇ ਨੇ, ਫਾਈਲਾਂ ਹੁੰਦੀਆਂ ਨੇ, ਫੋਟੋਆਂ ਹੁੰਦੀਆਂ ਨੇ, ਵੀਡੀਓ, ਵੈਬ ਪੇਜ। ਸੋ ਤੁਹਾਨੂੰ ਜੋ ਵੀ ਚਾਹੀਦਾ, ਕੋਈ PDF ਫਾਈਲ ਚਾਹੀਦੀ ਹੈ, ਸਭ ਕੁਝ ਮਿਲ ਜਾਂਦਾ। ਨਾਲ ਹੀ ਕਹਿੰਦੇ ਜਿਹੜਾ ਇੰਟਰਨੈਟ ਦਾ ਕੰਟੈਂਟ ਹੈ, ਹੋਰ ਇੱਕ ਇੰਪੋਰਟੈਂਟ ਟਰਮ, ਇਹ ਤਾਂ ਹੋ ਗਿਆ ਕਿ ਆਪਾਂ ਕੀ ਸਰਚ ਕਰ ਸਕਦੇ ਹਾਂ। ਜਿਹੜੀ ਚੀਜ਼ ਆਪਾਂ ਵੈਬ ਸਰਚ ਇੰਜਨ ਦੇ ਥਰੂ ਸਰਚ ਨਹੀਂ ਕਰ ਸਕਦੇ, ਇਹ ਜਿਹਾ ਕੰਟੈਂਟ ਜਿਹੜਾ ਕਿ ਬੈਂਡ ਹੈ ਜਾਂ ਮੰਨ ਲਓ ਕਿ ਆਪਾਂ ਸਰਚ ਨਹੀਂ ਕਰ ਸਕਦੇ ਉਹਨੂੰ, ਉਸ ਕੰਟੈਂਟ ਨੂੰ ਡੀਪ ਵੈਬ ਕਹਿੰਦੇ ਆ। ਕੰਪਿਊਟਰ ਦੀ ਭਾਸ਼ਾ ਦੇ ਵਿੱਚ ਡੀਪ ਵੈਬ ਦਾ ਮਤਲਬ ਹੈ ਉਹ ਚੀਜ਼ਾਂ ਜਿਨ੍ਹਾਂ ਨੂੰ ਸਰਚ ਇੰਜਨ ਦੇ ਥਰੂ, ਗੂਗਲ ਦੇ ਥਰੂ ਆਪਾਂ ਸਰਚ ਨਹੀਂ ਕਰ ਸਕਦੇ, ਸਿੰਪਲ। ਸੋ ਡੀਪ ਵੈਬ ਤੁਸੀਂ ਵਰਡ ਯਾਦ ਰੱਖਣਾ। ਸੋ ਸਟਾਰਟ ਕਰਨ ਤੋਂ ਪਹਿਲਾਂ ਹੁਣ ਮੇਨ ਟੌਪਿਕ ਨੂੰ ਆਪਾਂ ਪਹਿਲਾਂ ਇਹਦੀ ਹਿਸਟਰੀ ਬਾਰੇ ਜਾਣ ਲੈਂਦੇ ਹਾਂ ਕਿ ਸ਼ੁਰੂਆਤ ਕਿੱਥੋਂ ਹੋਈ। ਸੋ ਕਹਿੰਦੇ 1990 ਦਾ ਜਿਹੜਾ ਸਮੇਂ ਸੀ, ਜਿਹੜਾ ਉਹ ਡੈਕੇਡ ਸੀ, ਪੂਰਾ ਸਾਲ ਸੀ, 10 ਸਾਲ ਦਾ ਜਿਹੜਾ ਸਮਾਂ ਸੀ 1990 ਵਾਲਾ, ਉਸ ਸਮੇਂ ਦੇ ਵਿੱਚ ਜਨਮ ਲਿਆ ਸਰਚ ਇੰਜਨ ਨੇ। ਸੋ ਪਹਿਲੀ ਵਾਰੀ ਹੂ ਇਜ਼ ਨਾਮ ਦਾ ਇੱਕ 1982 ਚ ਆਇਆ ਸਰਚ ਇੰਜਨ, ਫਿਰ ਆਇਆ ਨੋਬੋਟ ਇਨਫੋਰਮੇਸ਼ਨ ਸਰਵਿਸ, ਮਲਟੀ ਨੈਟਵਰਕ ਯੂਜ਼ਰ ਸਰਚ। ਇਹ ਚਾਹੇ ਕੋਈ ਪ੍ਰੋਪਰ ਵੈਲ ਡਾਕੂਮੈਂਟਡ ਸਰਚ ਇੰਜਨ ਨਹੀਂ ਸੀਗੇ, ਪਰ ਫਿਰ ਵੀ ਇਹਦੇ ਵਿੱਚੋਂ ਕੁਝ ਚੀਜ਼ਾਂ ਸਰਚ ਹੋਣ ਲੱਗ ਗਈਆਂ ਸੀ, ਜਿਵੇਂ ਕੋਈ ਡੇਟਸ, ਕੋਈ ਟਾਈਮ, ਏਦਾਂ ਦੀ ਚੀਜ਼ਾਂ। ਸੋ ਕਹਿੰਦੇ ਜਿਹੜਾ ਪਹਿਲਾ ਸੀ ਹੂ ਇਜ਼ ਤੇ ਦੂਜਾ ਸੀ ਨੋਬੋਟ ਇਨਫੋਰਮੇਸ਼ਨ ਸਰਵਿਸ। ਫਿਰ ਕਹਿੰਦੇ ਜਿਹੜਾ ਪਹਿਲਾ ਇੰਟਰਨੈਟ, ਨੈਟ ਦੀ ਵਰਤੋਂ ਦੇ ਨਾਲ ਸਰਚ ਇੰਜਨ ਆਇਆ, ਉਹ ਆਇਆ 1990 ਦਸੰਬਰ। ਸੋ ਇਹ ਆਪਾਂ ਨੇ ਯਾਦ ਰੱਖਣਾ ਕਿ ਵਰਲਡ ਵਾਈਡ ਵੈਬ WWW ਇਸ ਫਾਰਮ ਦੇ ਵਿੱਚ ਜਿਹੜਾ ਸਰਚ ਇੰਜਨ ਆਇਆ, ਉਹ ਆਇਆ ਸੀ 1990 ਦਸੰਬਰ ਚ। ਸੋ ਪਹਿਲਾ ਇੱਕ ਪ੍ਰੋਪਰ ਡਾਕੂਮੈਂਟਡ ਸਿਸਟਮੈਟਿਕ ਸਰਚ ਇੰਜਨ 1990 ਦੇ ਵਿੱਚ ਆਇਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਪਹਿਲਾ ਜਿਹੜਾ ਟੂਲ ਯੂਜ਼ ਕੀਤਾ ਗਿਆ, ਨੈਟ ਤੇ ਇੱਕ ਟੂਲ ਯੂਜ਼ ਕੀਤਾ ਗਿਆ ਸਰਚ ਕਰਨ ਦੇ ਲਈ, ਉਹ ਪਹਿਲਾ ਟੂਲ ਕਿਹੜਾ ਸੀ? ਬਹੁਤ ਇੰਪੋਰਟੈਂਟ ਨਾਮ ਹੈ ਆਰਚੀ। ਸੋ ਇਹ ਤੁਹਾਨੂੰ ਨਾਮ 100% ਯਾਦ ਹੋਣਾ ਚਾਹੀਦਾ ਹੈ ਕਿ ਆਰਚੀ ਕੀ ਹੈ। ਇਹ ਇੱਕ ਸਰਚ ਇੰਜਨ ਦਾ ਟੂਲ ਹੈ ਜਿਹਦੇ ਥਰੂ ਆਪਾਂ ਕੰਟੈਂਟ ਨੂੰ ਲੱਭਦੇ ਹਾਂ। ਸੋ ਕਹਿੰਦੇ ਜਿਹੜਾ ਆਰਚੀ ਹੈ, ਇਹ ਆਰਚੀਵ ਵਰਡ ਤੋਂ ਬਣਾਇਆ ਗਿਆ ਤੇ ਇਹਦੇ ਚੋਂ ਵੀ ਕੱਟਤੀ ਉਹਨਾਂ ਨੇ। ਸੋ ਨਾਮ ਆਰਚੀਵ ਵਰਡ ਤੋਂ ਆਇਆ ਤੇ ਆਰਚੀਵ ਦਾ ਲਿਟਰਲ ਮਤਲਬ ਹੁੰਦਾ ਪਲੇਸ ਔਰ ਸਟੋਰ, ਮਤਲਬ ਕਿਸੇ ਚੀਜ਼ ਨੂੰ ਸੰਭਾਲ ਕੇ ਰੱਖਣ ਵਾਲੀ ਜਗ੍ਹਾ। ਸੋ ਕਹਿੰਦੇ ਜਿਹੜਾ ਪਹਿਲਾ ਸਰਚ ਟੂਲ ਬਣਿਆ ਜਿੱਥੇ ਆਪਾਂ ਨੇ ਕੁਝ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਨੈਟ ਦੇ ਜ਼ਰੀਏ, ਉਹ ਸੀ ਆਰਚੀ। ਫਿਰ ਆਉਂਦਾ ਇਟ ਵਾਸ ਕ੍ਰੀਏਟਡ ਬਾਈ ਐਲਨ ਐਮਟੈਕ ਕੰਪਿਊਟਰ ਸਾਇੰਸ ਸਟੂਡੈਂਟ। ਕਹਿੰਦੇ ਜਿਹੜੀ ਕੈਨੇਡਾ ਦੀ ਮੌਂਟਰੀਅਲ ਕਿਊਬੈਕ ਦੇ ਵਿੱਚ ਮੈਕਗ੍ਰਾਹਿਲ ਯੂਨੀਵਰਸਿਟੀ ਹੈ, ਉਹਦਾ ਇੱਕ ਕੰਪਿਊਟਰ ਸਾਇੰਸ ਦਾ ਸਟੂਡੈਂਟ ਸੀ, ਉਹਨੇ ਇਸ ਆਰਚੀ ਦੀ ਡਿਵੈਲਪਮੈਂਟ ਕੀਤੀ। ਇਹ ਨਾਮ ਜਿੰਨੇ ਵੀ ਮੈਂ ਤੁਹਾਨੂੰ ਕਰਵਾਉਂਗੀ ਬਹੁਤ ਇੰਪੋਰਟੈਂਟ ਨੇ ਐਗਜ਼ਾਮ ਦੇ ਲਈ। ਐਲਨ ਐਮਟੇਜ। So one of the first all text crawler based search engine। crawler ਦਾ ਮਤਲਬ ਹੈ ਜਿਹੜਾ ਆਪਾਂ ਜਿਵੇਂ ਐਰੋ ਮੈਂ ਤੁਹਾਨੂੰ ਦੱਸਿਆ ਕਿ ਗੂਗਲ ਦੇ ਵਿੱਚ ਉਰੇ ਸਾਈਡ ਤੇ ਇੱਕ ਬਣਿਆ ਹੁੰਦਾ ਹੈ ਸਰਚ ਦਾ ਨਿਸ਼ਾਨ। ਸੋ ਜਿਹੜਾ ਕਹਿੰਦੇ ਇੱਕ ਪ੍ਰੋਪਰ all text ਤੁਸੀਂ ਜਿਹਦੇ ਵਿੱਚ ਪੂਰਾ ਲਿਖ ਕੇ ਸਰਚ ਕਰ ਸਕਦੇ ਹੋ, ਉਹ ਚੀਜ਼ ਕਦੋਂ ਬਣੀ? ਉਹ ਆਈ 1994 ਦੇ ਵਿੱਚ। ਵੈਬ ਕ੍ਰੋਲਰ ਜੀ ਦਾ ਨਾਮ ਸੀ। ਸੋ ਆਈ ਥਿੰਕ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਸਿੰਪਲ ਬਿਨਾਂ ਨੈਟ ਦੀ ਵਰਤੋਂ ਵਾਲੇ 1982 1989। ਫਿਰ ਪ੍ਰੋਪਰ ਇੱਕ ਡਾਕੂਮੈਂਟਡ ਫਾਈਲ ਦੀ ਫਾਰਮ ਦੇ ਵਿੱਚ ਜਿਹੜਾ ਆਇਆ ਸੀ, ਉਹ ਆਇਆ ਸੀ ਆਰਚੀ ਤੇ ਉਹਦੇ ਟੂਲ ਦਾ ਨਾਮ ਵੀ ਆਰਚੀ ਸੀ ਤੇ ਇਹ ਐਲਨ ਐਮਟੈਗ ਨੇ ਬਣਾਇਆ ਸੀ। ਫਿਰ ਇੱਕ ਅੱਜ ਦੇ ਜ਼ਮਾਨੇ ਵਾਲਾ ਜਿਹੜਾ ਪ੍ਰੋਪਰ ਲਿਖ ਕੇ ਸਰਚ ਕਰਨ ਵਾਲਾ ਨੈਟ ਦੀ ਵਰਤੋਂ ਦੇ ਨਾਲ ਬਣਿਆ, ਉਹ ਸੀ ਵੈਬ ਕ੍ਰੋਲਰ ਨਾਮ ਦਾ ਸਰਚ ਇੰਜਨ 1994 ਦਾ। ਸੋ ਸਭ ਤੋਂ ਪਹਿਲਾ ਪਪੂਲਰ ਸਰਚ ਇੰਜਨ ਜਿਹੜਾ ਬਹੁਤ ਜ਼ਿਆਦਾ ਫੇਮਸ ਹੋਇਆ। ਸੋ ਜੇ ਆਪਾਂ ਨੂੰ ਕੁਐਸਚਨ ਆਵੇ ਕਿ ਫਰਸਟ ਪਪੂਲਰ ਸਰਚ ਇੰਜਨ ਕਿਹੜਾ ਵੈਬ ਦੇ ਉੱਤੇ, ਉਹ ਹੈ ਯਾਹੂ ਸਰਚ। ਸੋ 1990 2000 ਦਾ ਸਮਾਂ ਸੀ, ਉਹਦੇ ਵਿੱਚ ਯਾਹੂ ਬਹੁਤ ਜ਼ਿਆਦਾ ਫੇਮਸ ਸੀ। ਸੋ ਫਰਸਟ ਪ੍ਰੋਡਕਟ ਫਰਮ ਯਾਹੂ ਫਾਊਂਡਡ ਬਾਈ, ਇਹਦੇ ਫਾਊਂਡਰਸ ਦਾ ਨਾਮ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਯਾਹੂ ਨੂੰ ਕਿਹਨੇ ਫਾਊਂਡ ਕੀਤਾ ਹੈ।
ਸੋ ਇਹਨੂੰ ਕੀਤਾ ਜੈਰੀ ਯੰਗ ਤੇ ਡੇਵਿਡ ਫਿਲੋ ਨੇ ਜਨਵਰੀ 1994 ਦੇ ਵਿੱਚ, ਤੇ ਇਹ ਇੱਕ ਵੈਬ ਡਾਇਰੈਕਟਰੀ ਦੀ ਫਾਰਮ ਚ ਆਇਆ, ਯਾਹੂ ਡਾਇਰੈਕਟਰੀ। ਮਤਲਬ ਕਿ ਤੁਸੀਂ ਉੱਥੇ ਕੁਝ ਵੀ ਲਿਖੋ ਤੁਹਾਨੂੰ ਬਹੁਤ ਸਾਰੀਆਂ ਆਪਸ਼ਨਸ, ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਸੀ। ਸੋ ਇੱਕ ਡਾਇਰੈਕਟਰੀ ਮਤਲਬ ਕਿ ਇੱਕ ਤਰ੍ਹਾਂ ਦੀ ਕਿਤਾਬ ਸਮਝ ਲਓ ਕਿ ਜਿੱਥੇ ਤੁਹਾਨੂੰ ਜੋ ਚੀਜ਼ ਸਰਚ ਕਰਨੀ ਹੈ ਉਹ ਤੁਹਾਨੂੰ ਮਿਲ ਜੂਗੀ। ਸੋ ਆਪਾਂ ਨੇ ਯਾਦ ਰੱਖਣਾ, ਜੇ ਆਪਾਂ ਹਿਸਟਰੀ ਦੀ ਗੱਲ ਕਰਾਂਗੇ ਤਾਂ ਹਿਸਟਰੀ 'ਚ ਸਭ ਤੋਂ ਫੇਮਸ ਸਰਚ ਇੰਜਨ ਸੀ ਯਾਹੂ, ਤੇ ਇਹ ਬਣਾਇਆ ਸੀ ਜੈਰੀ ਤੇ ਡੇਵਿਡ ਨੇ। ਉਸ ਤੋਂ ਬਾਅਦ ਯਾਹੂ ਤੋਂ ਬਾਅਦ ਜਿਹੜਾ ਆਪਣੇ ਇੰਡੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਫੇਮਸ ਹੋਇਆ ਤਾਂ ਉਹ ਗੂਗਲ ਹੀ ਹੈ। ਸੋ ਕਹਿੰਦੇ ਗੂਗਲ ਨੇ ਜਿਹੜਾ ਚੀਜ਼ਾਂ ਨੂੰ ਸਰਚ ਕਰਨ ਦਾ ਆਈਡੀਆ ਸੀ, ਇਹ 1998 ਦੇ ਵਿੱਚ ਆਇਆ। ਇਹ ਕਿਹਦੇ ਤੋਂ ਆਇਆ? ਇੱਕ goto.com ਨਾਮ ਦੀ ਇੰਜਨ ਕੰਪਨੀ ਸੀ, ਸਰਚ ਇੰਜਨ ਕੰਪਨੀ। ਉੱਥੋਂ ਹੀ ਗੂਗਲ ਨੇ ਆਪਣਾ ਇਹ ਨਾਮ ਰੱਖਿਆ, ਉੱਥੋਂ ਹੀ ਉਹਨੂੰ ਆਈਡੀਆ ਆਇਆ ਕਿ ਮੈਂ ਵੀ ਇਸ ਤਰ੍ਹਾਂ ਦੇ ਨਾਲ ਚੀਜ਼ਾਂ ਸਰਚ ਕਰਵਾ ਸਕਦਾ, ਆਪਣਾ ਇੱਕ ਪਲੇਟਫਾਰਮ ਖੋਲ ਸਕਦਾ। ਸੋ ਗੂਗਲ ਨੇ ਇੱਕ ਆਪਣਾ ਸਰਚ ਇੰਜਨ ਸਟਾਰਟ ਕਰ ਲਿਆ, ਤੇ ਜਿਹੜਾ ਸਰਚ ਇੰਜਨ ਸੀ 2000 ਦੇ ਅਰਾਊਂਡ ਹੀ ਇਹਨੂੰ ਬਹੁਤ ਜ਼ਿਆਦਾ ਪਪੂਲੈਰਿਟੀ ਮਿਲ ਗਈ, ਇਟ ਰੋਜ਼ ਟੂ ਪ੍ਰੋਮੀਨੈਂਸ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗੂਗਲ ਤੋਂ ਬਾਅਦ ਵਾਰੀ ਆਉਂਦੀ ਹੈ ਮਾਈਕਰੋਸਾਫਟ ਦੀ। ਸੋ ਮਾਈਕਰੋਸਾਫਟ ਨੇ ਪਹਿਲਾ ਇੱਕ ਲਾਂਚ ਕੀਤਾ ਸਰਚ ਇੰਜਨ MSN ਸਰਚ ਨਾਮ ਦਾ 1998 ਦੇ ਐਂਡ ਦੇ ਵਿੱਚ। ਸੋ ਇਸ ਤੋਂ ਬਾਅਦ ਮਾਈਕਰੋਸਾਫਟ ਨੇ ਕੀ ਕੀਤਾ, ਜਿਹੜਾ ਆਪਣਾ ਸਰਚ ਇੰਜਨ ਸੀ ਉਹਦਾ ਨਾਮ ਬਦਲ ਕੇ ਬਿੰਜ ਰੱਖਤਾ। ਇਹ ਬਹੁਤ ਫੇਮਸ ਸਰਚ ਇੰਜਨ ਹੈ, ਫੋਰਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਚੱਲ ਰਿਹਾ ਅੱਜ ਕੱਲ੍ਹ ਵੀ, ਤੇ ਇਹ 1 ਜੂਨ 2009 ਨੂੰ ਲਾਂਚ ਹੋਇਆ। ਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਬਿੰਜ ਸਰਚ ਇੰਜਨ ਕਿਹੜੀ ਕੰਪਨੀ ਦੁਆਰਾ ਬਣਾਇਆ ਗਿਆ? ਸੋ ਇਹ ਮਾਈਕਰੋਸਾਫਟ ਦਾ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 1 ਜੂਨ ਨੂੰ ਬਿੰਜ ਆ ਗਿਆ, ਫਿਰ 29 ਜੁਲਾਈ 2009 ਨੂੰ ਮਾਈਕਰੋਸਾਫਟ ਤੇ ਯਾਹੂ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਹੱਥ ਮਿਲਾ ਲਏ, ਇੱਕ ਡੀਲ ਫਾਈਨਲ ਕਰ ਲਈ ਕਿ ਆਪਾਂ ਆਪਣਾ ਇੱਕ ਇਕੱਠਾ ਸਰਚ ਇੰਜਨ ਬਣਾਉਣੇ ਆ, ਤੇ ਜਿਹੜਾ ਯਾਹੂ ਹੈ ਉਹ ਮਾਈਕਰੋਸਾਫਟ ਬਿੰਜ ਟੈਕਨੋਲੋਜੀ ਨੇ ਆਪਣੇ ਅੰਦਰ ਲੈ ਲਿਆ। ਸੋ ਇਹ ਇੰਪੋਰਟੈਂਟ ਇਨਫੋਰਮੇਸ਼ਨ ਆਪਾਂ ਨੇ ਯਾਦ ਰੱਖਣੀ ਹੈ। ਤੇ 2019 ਤੱਕ ਦੀ ਜੇ ਆਪਾਂ ਗੱਲ ਕਰੀਏ ਤਾਂ ਕਿਹੜੇ ਮੇਨ ਸਰਚ ਇੰਜਨ ਨੇ ਜਿਹੜੇ ਕਿ ਬਹੁਤ ਐਕਟਿਵਲੀ ਲੋਕ ਯੂਜ਼ ਕਰਦੇ ਨੇ? ਸੋ ਪਹਿਲੇ ਨੰਬਰ ਤੇ ਤਾਂ ਸਭ ਤੋਂ ਫੇਮਸ ਗੂਗਲ, ਫਿਰ ਇੱਕ ਸੋਗੂ ਨਾਮ ਦਾ ਇੱਕ ਬਾਈਡੂ ਹੈ ਚਾਈਨਾ ਦਾ, ਬਿੰਜ ਹੈ ਮਾਈਕਰੋਸਾਫਟ ਦਾ, ਗੀਗਾ ਬਲਾਸਟ, ਮੋਜ਼ਿਕ, ਡਕਡਕਗੋ, ਯੈਂਡੈਕਸ। ਸੋ ਮੈਂ ਜਿਹੜੇ ਇੰਡੀਆ ਦੇ ਨਾਲ ਰਿਲੇਟਡ ਇੰਪੋਰਟੈਂਟ ਨੇ ਤੁਹਾਨੂੰ ਉਹਨਾਂ ਦੀ ਅਲੱਗ ਤੋਂ ਡੀਟੇਲਿੰਗ ਨਾਲ ਦੀ ਨਾਲ ਹੀ ਅੱਜ ਕਰਵਾ ਦੂੰਗੀ। Now comes our most important topic from this whole lecture. So ਸਭ ਤੋਂ important ਚੀਜ਼ ਆਪਣੇ ਲਈ ਇੱਕ ਕੰਪੋਨੈਂਟਸ ਨੂੰ ਜਾਣਨਾ ਹੈ ਜਿਨ੍ਹਾਂ ਨਾਲ ਮਿਲ ਕੇ ਸਰਚ ਇੰਜਨ ਕੰਮ ਕਰਦਾ। ਸੋ ਸਰਚ ਇੰਜਨ ਨੂੰ ਵਰਕ ਕਰਨ ਦੇ ਲਈ 3 ਬੇਸਿਕ ਕੰਪੋਨੈਂਟਸ ਦੀ ਲੋੜ ਹੈ। ਸੋ ਇਹ ਪਹਿਲਾ ਕੰਪੋਨੈਂਟ ਹੈ ਵੈਬ ਕ੍ਰੋਲਰ, ਫਿਰ ਡੇਟਾਬੇਸ, ਸਰਚ ਇੰਟਰਫੇਸ। ਇਹਦੇ ਵਿੱਚੋਂ 1-2 ਕੁਐਸਚਨ 100% ਤੁਸੀਂ ਐਕਸਪੈਕਟ ਕਰ ਸਕਦੇ ਹੋ ਜੋ ਇਸ ਪੂਰੇ ਟੌਪਿਕ ਦੇ ਵਿੱਚੋਂ ਇੰਪੋਰਟੈਂਟ ਤਿਆਰ ਹੁੰਦੇ ਨੇ। ਸੋ ਤੁਸੀਂ ਇਸ ਟੌਪਿਕ ਨੂੰ ਧਿਆਨ ਦੇ ਨਾਲ ਸੁਣਨਾ ਹੈ, ਕਿਉਂਕਿ ਜਿਹੜਾ ਮੈਂ ਇੱਕ MCQ ਦੀ ਗੱਲ ਕੀਤੀ ਸੀ ਕਿ ਮੈਂ ਐਂਡ ਤੇ 5 MCQ ਪਾਏ ਨੇ, ਉਹਨਾਂ ਦੇ ਵਿੱਚੋਂ ਇੱਕ MCQ ਇਸੇ ਟੌਪਿਕ ਦੇ ਵਿੱਚੋਂ ਹੈ। ਸੋ ਵੈਬ ਕ੍ਰੋਲਰ, ਇਹਨੂੰ ਆਪਾਂ ਸਪਾਈਡਰ ਜਾਂ ਬੋਟ ਵੀ ਕਹਿੰਦੇ ਆ। ਹੁਣ ਮੈਂ ਤੁਹਾਨੂੰ ਸਾਰਾ ਟੌਪਿਕ ਇੱਕ ਹੀ ਐਗਜ਼ਾਮਪਲ ਦੇ ਕੇ ਸਮਝਾ ਰਹੀ ਹਾਂ ਜਿਹਦੇ ਨਾਲ ਤੁਸੀਂ ਕਨਫਿਊਜ਼ ਨਾ ਹੋਵੋ। ਸੋ ਫॉर ਐਗਜ਼ਾਮਪਲ ਤੁਸੀਂ ਗੂਗਲ ਦੇ ਉੱਤੇ ਸਰਚ ਕੀਤਾ ਇੰਡੀਆ, ਤੁਹਾਡੇ ਕੋਲ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਆ ਗਈਆਂ। ਜਿਹੜੇ ਸੌਫਟਵੇਅਰ ਨੇ ਇਹ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਲਿਆ ਕੇ ਰੱਖੀ ਹੈ, ਵੈਬ ਤੋਂ ਇਨਫੋਰਮੇਸ਼ਨ ਗੈਦਰ ਕਰਕੇ ਆਪਣੇ ਸਾਹਮਣੇ ਰੱਖਤੀ, ਉਸ ਸੌਫਟਵੇਅਰ ਕੰਪੋਨੈਂਟ ਨੂੰ ਆਪਾਂ ਵੈਬ ਕ੍ਰੋਲਰ ਕਹਿੰਦੇ ਆ। ਮਤਲਬ ਕਿ ਇੱਕ ਸਪਾਈਡਰ ਦੀ ਤਰ੍ਹਾਂ ਸਮਝ ਲਓ ਵੀ ਇੱਕ ਸਪਾਈਡਰ ਦੀ ਤਰ੍ਹਾਂ ਹਰ ਕੋਨੇ ਤੋਂ ਇਨਫੋਰਮੇਸ਼ਨ ਲਿਆ ਕੇ ਆਪਣੇ ਸਾਹਮਣੇ ਰੱਖ ਦਿੰਦਾ ਵੈਬ ਕ੍ਰੋਲਰ। ਫਿਰ ਆਉਂਦਾ ਡੇਟਾਬੇਸ, ਕਹਿੰਦੇ ਜੋ ਵੀ ਇਨਫੋਰਮੇਸ਼ਨ ਵੈਬ ਦੇ ਉੱਤੇ ਸਟੋਰ ਹੁੰਦੀ ਹੈ ਉਹ ਡੇਟਾਬੇਸ ਦੇ ਵਿੱਚ ਹੁੰਦੀ ਹੈ। ਲਾਸਟ ਵਿੱਚ ਆਉਂਦਾ ਸਰਚ ਇੰਟਰਫੇਸ, ਕਹਿੰਦੇ ਇਹ ਇੱਕ ਯੂਜ਼ਰ ਤੇ ਡੇਟਾਬੇਸ ਦੋਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਬੈਲੈਂਸ ਆਊਟ ਕਰਨ ਦੇ ਲਈ ਬ੍ਰਿਜ ਹੈ। ਮਤਲਬ ਕਿ ਇਹ ਯੂਜ਼ਰ ਨੂੰ ਹੈਲਪ ਕਰਦਾ ਹੈ ਕਿ ਤੁਸੀਂ ਡੇਟਾਬੇਸ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਦੇਖ ਸਕਦੇ ਹੋ। ਸੋ ਕਹਿੰਦੇ ਜਿਵੇਂ ਤੁਸੀਂ ਕੋਈ ਚੀਜ਼ ਲੱਭਣ ਲੱਗਦੇ ਹੋ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਆ ਜਾਂਦੀਆਂ ਨੇ। ਸੋ ਇਸੇ ਕਰਕੇ ਆਉਂਦੀਆਂ ਨੇ ਕਿਉਂਕਿ ਸਰਚ ਇੰਜਨ ਦੇ ਵਿੱਚ ਸਰਚ ਇੰਟਰਫੇਸ ਪਾਇਆ ਹੋਇਆ
कि ਆਪਾਂ ਨੂੰ ਕਈ ਵਾਰੀ ਪੂਰੀ ਚੀਜ਼ ਬਾਰੇ ਨਹੀਂ ਪਤਾ ਹੁੰਦਾ, ਪੂਰਾ ਨਾਮ ਨਹੀਂ ਪਤਾ ਹੁੰਦਾ, ਆਪਾਂ ਥੋੜਾ ਜਿਹਾ ਲਿਖਦੇ ਹਾਂ ਅੱਗੇ ਸਾਰਾ ਆ ਜਾਂਦਾ ਹੈ। ਸੋ ਜਿਹੜਾ ਸਰਚ ਇੰਟਰਫੇਸ ਹੈ ਉਹ ਡੇਟਾ ਲੈ ਕੇ ਆਉਣ ਤੇ ਆਪਣੇ ਯੂਜ਼ਰ ਦੀ ਇਨਫੋਰਮੇਸ਼ਨ ਦੋਨਾਂ ਦੇ ਵਿੱਚ ਇੱਕ ਬ੍ਰਿਜ ਦਾ, ਇੱਕ ਪੁਲ ਦਾ ਕੰਮ ਕਰਦਾ, ਵੀ ਆਪਣਾ ਜੋ ਆਈਡੀਆ ਹੈ ਯੂਜ਼ਰ ਦਾ ਉਹਨੂੰ ਰਿਐਲਿਟੀ ਦੇ ਵਿੱਚ ਜੋ ਆਪਾਂ ਨੇ ਸਰਚ ਕਰਨਾ ਚਾਹੁੰਦੇ ਆ ਉਹ ਸਰਚ ਕਰਵਾਉਣ 'ਚ ਜਿਹੜੀ ਚੀਜ਼ ਮਦਦ ਕਰਦੀ ਹੈ ਉਹ ਹੈ ਸਰਚ ਇੰਟਰਫੇਸ। ਫਿਰ ਆਉਂਦਾ ਸਰਚ ਇੰਜਨ ਵਰਕਿੰਗ। ਹੁਣ ਆਪਾਂ ਪ੍ਰੈਕਟੀਕਲੀ ਦੇਖ ਲੈਂਦੇ ਹਾਂ ਕਿ ਇਹ ਕੰਮ ਕਿਵੇਂ ਕਰਦਾ। ਆਪਾਂ ਨੇ ਜਿਹੜੇ 3 ਮੇਨ ਇੰਟਰਫੇਸ ਪੜ੍ਹੇ ਨੇ, ਪਹਿਲੀ ਚੀਜ਼ ਤਾਂ ਕਿ ਸਰਚ ਇੰਜਨ ਉਹਨਾਂ ਦੇ ਥਰੂ ਹੀ ਕੰਮ ਕਰਦਾ, ਵੈਬ ਕ੍ਰੋਲਰ, database, search interface, major component of search engine that make search engine to work. Search engine make use of Boolean expression and or not to restrict and widen the results of a search. Boolean expression बहुत important question बनता कि what do you mean by Boolean expression, या फिर computer language ਦੇ ਵਿੱਚ Boolean expressions ਕਿਹੜੇ ਹੁੰਦੇ ਨੇ। ਜਿਵੇਂ ਆਪਾਂ ਨੇ ਕੋਈ word ਕਹਿੰਦੇ ਪਾਇਆ ਤਾਂ ਜੇ ਆਪਾਂ ਨੇ and ਪਾਇਆ, or ਪਾਇਆ ਜਾਂ ਫਿਰ ਵਿੱਚ not ਪਾਇਆ, ਇਹ ਸਾਰੀਆਂ ਚੀਜ਼ਾਂ ਕਹਿੰਦੇ ਸਰਚ ਇੰਜਨ ਪ੍ਰੋਪਰ ਯੂਜ਼ ਕਰਦਾ, ਕਿਉਂਕਿ ਇਹੀ ਚੀਜ਼ਾਂ ਡਿਫਰੈਂਸ ਕ੍ਰੀਏਟ ਕਰਦੀਆਂ ਨੇ ਕਿ ਆਪਾਂ ਕੀ ਲੱਭਣਾ ਚਾਹੁੰਦੇ ਹਾਂ। ਜੇ ਆਪਾਂ ਨੇ not ਨਹੀਂ ਪਾਇਆ ਕਿਸੇ ਚੀਜ਼ ਦੇ ਵਿੱਚ ਤਾਂ ਹੋ ਸਕਦਾ ਆਪਾਂ ਨੂੰ ਸਿਰਫ ਪੋਜ਼ਿਟਿਵ ਚੀਜ਼ਾਂ ਆਉਣ ਰਿਜ਼ਲਟ ਵਿੱਚ। ਸੋ not and or ਕਹਿੰਦੇ ਇਹ ਚੀਜ਼ਾਂ ਬੂਲੀਅਨ ਐਕਸਪ੍ਰੈਸ਼ਨ ਯੂਜ਼ ਕਰਨੇ ਬਹੁਤ ਜ਼ਰੂਰੀ ਨੇ ਤੇ ਸਰਚ ਇੰਜਨ ਆਪਣੀ ਹੈਲਪ ਕਰਦਾ ਕਿ ਆਪਾਂ ਇਹ ਐਕਸਪ੍ਰੈਸ਼ਨ ਵਿੱਚ ਪਾ ਕੇ ਸਹੀ ਤਰੀਕੇ ਦੇ ਨਾਲ ਸਰਚ ਨੂੰ ਵਾਈਡਨ ਕਰਕੇ ਚੱਲੀਏ। ਹੁਣ ਕਹਿੰਦੇ ਫੋਰ ਐਗਜ਼ਾਮਪਲ ਤੁਸੀਂ ਕਈ ਵਾਰੀ ਕੋਈ ਚੀਜ਼ਾਂ ਦੇ ਵੈਸੇ ਹੀ ਨਾਮ ਪਾ ਦਿੰਦੇ ਹੋ, ਤੁਸੀਂ ਇਹ ਨਹੀਂ ਪਾਉਂਦੇ, ਜਿਵੇਂ ਤੁਸੀਂ ਇਕੱਲਾ ਮੋਬਾਈਲ ਫੋਨ ਸਰਚ ਕਰ ਲਿਆ, ਜੇ ਤੁਸੀਂ ਉਹਦੀਆਂ ਐਪਲੀਕੇਸ਼ਨਸ ਦੇਖਣੇ ਚਾਹੁੰਦੇ ਹੋ, ਉਹਦੇ ਯੂਜ਼ਸ ਦੇਖਣੇ ਚਾਹੁੰਦੇ ਹੋ ਤਾਂ ਤੁਸੀਂ ਗੂਗਲ ਦੇ ਉੱਤੇ ਮੋਬਾਈਲ ਫੋਨ ਐਪਲੀਕੇਸ਼ਨਸ ਲਿਖ ਦਿੰਦੇ ਹੋ, ਪਰ ਗੂਗਲ ਕਈ ਵਾਰੀ ਆਪਣੇ ਆਪ ਜਿਹੜਾ ਤੁਹਾਨੂੰ ਰਿਜ਼ਲਟ ਲੈ ਕੇ ਆਉਂਦਾ ਤੁਹਾਡੇ ਸਾਹਮਣੇ ਸਰਚ ਕਰਨ ਤੋਂ ਬਾਅਦ ਉਹਦੇ ਵਿੱਚ ਐਂਡ ਵਾਲਾ ਹੁੰਦਾ, ਉਹ 'ਚ ਹੁੰਦੇ ਨੇ ਤੁਹਾਡੇ ਕੋਲ ਆਰਟੀਕਲਸ ਮੋਬਾਈਲ ਫੋਨ ਐਂਡ ਇਟਸ ਐਪਲੀਕੇਸ਼ਨ ਜਾਂ ਮੋਬਾਈਲ ਫੋਨ ਔਰ ਇਟਸ ਐਪਲੀਕੇਸ਼ਨ। ਸੋ ਕਹਿੰਦੇ ਜਿਹੜਾ ਸਰਚ ਇੰਜਨ ਹੈ ਉਹ ਇੰਨੀ ਵਧੀਆ ਚੀਜ਼ ਹੈ ਕਿ ਉਹ ਯੂਜ਼ਰ ਨੂੰ, ਜਿਹੜਾ ਆਪਾਂ ਇਨਸਾਨ ਆ ਜਿਹੜੇ ਕੁਝ ਵੀ ਲੱਭਦੇ ਆ, ਉਹਨਾਂ ਦੀ ਮਦਦ ਕਰਨ ਦੇ ਲਈ ਬੂਲੀਅਨ ਐਕਸਪ੍ਰੈਸ਼ਨਸ ਨੂੰ ਆਪ ਹੀ ਵਿੱਚ ਇਨਕਲੂਡ ਕਰ ਦਿੰਦਾ। ਸੋ ਕਹਿੰਦੇ ਕੁਝ ਸਟੈਪਸ ਨੇ ਜਿਨ੍ਹਾਂ ਨੂੰ ਫੋਲੋ ਕਰਕੇ ਸਰਚ ਇੰਜਨ ਕੰਮ ਕਰਦਾ, ਆਪਣੇ ਸਾਹਮਣੇ ਰਿਜ਼ਲਟ ਨੂੰ ਲਿਆ ਕੇ ਰੱਖਦਾ। ਸੋ ਸਰਚ ਇੰਜਨ ਸਭ ਤੋਂ ਪਹਿਲਾਂ ਤਾਂ ਕੀਵਰਡ ਦੇਖਦਾ ਕਿ ਆਪਾਂ ਨੇ ਜਿਵੇਂ ਇੱਕ ਪੂਰੀ ਲਾਈਨ ਸਰਚ ਕਰ ਲਈ ਤਾਂ ਉਹਦੇ ਚੋਂ ਮੇਨ ਅੱਖਰ ਕਿਹੜਾ ਜਿਹਦੇ ਬਾਰੇ ਆਪਣੇ ਸਾਹਮਣੇ ਰਿਜ਼ਲਟ ਲਿਆ ਕੇ ਰੱਖਣਾ। ਸੋ ਕੀਵਰਡ। ਦੂਜੇ ਨੰਬਰ ਤੇ ਜਿਹੜਾ ਸੌਫਟਵੇਅਰ ਹੈ ਜਿਵੇਂ ਵੈਬ ਕ੍ਰੋਲਰ ਹੈ, ਉਹ ਫਿਰ ਹੈਲਪ ਕਰਦਾ ਹੈ ਕਿ ਜਿਹੜਾ ਵੀ ਡੇਟਾ ਚਾਹੀਦਾ ਉਹਨੂੰ ਆਪਣੇ ਸਾਹਮਣੇ ਲਿਆ ਕੇ ਰੱਖ ਦੇਵੇ। ਸੋ ਇਹ ਸੌਫਟਵੇਅਰ ਕੰਪੋਨੈਂਟ ਵੈਬ ਕ੍ਰੋਲਰ ਹੈ। ਫਿਰ ਵੈਬ ਕ੍ਰੋਲਰ ਜਦੋਂ ਕੰਮ ਕਰਦਾ ਹੈ ਉਸ ਤੋਂ ਬਾਅਦ ਬਹੁਤ ਸਾਰੇ ਆਪਣੇ ਸਾਹਮਣੇ ਪੇਜ ਆ ਜਾਂਦੇ ਨੇ, ਫੋਟੋ ਆ ਜਾਂਦੀਆਂ ਨੇ, ਛੋਟੇ ਸਾਈਜ਼ ਦੇ ਟੈਕਸਟ, ਵੱਡੇ ਸਾਈਜ਼ ਦੇ ਟੈਕਸਟ। ਸੋ ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਰੈਲੇਵੈਂਟ ਰਿਜ਼ਲਟਸ ਆ ਜਾਂਦੇ ਨੇ। ਫਿਰ ਕਹਿੰਦੇ ਕੀ ਹੁੰਦਾ, ਜਿਹੜੇ ਇਹ ਰਿਜ਼ਲਟਸ ਨੇ, ਜਿਹੜੀ ਇਹ ਇਨਫੋਰਮੇਸ਼ਨ ਹੈ, ਇਹਨਾਂ ਨੂੰ ਰੈਂਕ ਕੀਤਾ ਜਾਂਦਾ। ਸਭ ਤੋਂ ਜ਼ਿਆਦਾ ਜਿਹੜੇ ਲੋਕਾਂ ਨੇ, ਜਿਹੜਾ ਸਭ ਤੋਂ ਨੇੜੇ ਦਾ ਆਪਣੀ ਸਰਚ ਦੇ ਚੀਜ਼ ਹੋਵੇ, ਵੈਬ ਪੇਜ, ਵੈਬ ਸਰਚ ਇੰਜਨ ਸਭ ਤੋਂ ਪਹਿਲਾਂ ਉਹ ਆਰਟੀਕਲ ਆਪਣੇ ਸਾਹਮਣੇ ਰੱਖਦਾ। ਹੁਣ ਜਿਵੇਂ ਆਪਾਂ ਨੇ ਇਕੱਲਾ ਇੰਡੀਆ ਲਿਖਤਾ ਤਾਂ obvious ਹੈ ਸਭ ਤੋਂ ਪਹਿਲਾਂ ਵਿਕੀਪੀਡੀਆ ਪਿਆ ਹੋਊਗਾ। ਕਿਉਂ? ਕਿਉਂਕਿ ਵਿਕੀਪੀਡੀਆ 'ਚ ਹਰ ਚੀਜ਼ ਦੀ ਪੂਰੀ ਡੀਟੇਲਿੰਗ ਹੈ। ਹੋ ਸਕਦਾ ਉਸ ਤੋਂ ਬਾਅਦ ਕਿਸੇ ਹੋਰ ਵੈਬਸਾਈਟ ਦੀ, britannica.com ਹੈ ਜਿਵੇਂ, ਜਾਂ ਕਿਸੇ ਹੋਰ ਵੈਬਸਾਈਟ ਦੀ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਨੀਚੇ ਆ ਕੇ, ਪਰ ਪਹਿਲੇ ਨੰਬਰ ਤੇ ਤੁਹਾਡੇ ਕੋਲ ਉਹ ਰਿਜ਼ਲਟ ਹੋਊਗਾ, ਰੈਂਕ ਕਰਕੇ ਆਪਣੇ ਕੋਲ ਆਰਟੀਕਲਸ ਆਉਣਗੇ ਵੀ ਕਿਹੜਾ ਤੁਸੀਂ ਸਭ ਤੋਂ ਜ਼ਿਆਦਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ, ਕਿਹਨੂੰ ਸਭ ਤੋਂ ਜ਼ਿਆਦਾ ਲੋਕਾਂ ਨੇ ਫੋਲੋ ਕੀਤਾ ਹੈ, ਸਰਚ ਕੀਤਾ ਹੈ। ਸੋ ਕਹਿੰਦੇ ਤੁਸੀਂ ਕਿਸੇ ਨੂੰ ਵੀ ਕਲਿੱਕ ਕਰੋ ਰਿਜ਼ਲਟ ਨੂੰ ਤੇ ਤੁਸੀਂ ਉਹਨੂੰ ਖੋਲੋ, ਜੇ ਤੁਹਾਨੂੰ ਲੱਗ ਰਿਹਾ ਕਿ ਇਹ ਚੀਜ਼ ਸਹੀ ਹੈ, ਤੁਹਾਡੇ ਫਾਇਦੇ ਦੀ ਹੈ, ਉਹਨੂੰ ਜਾ ਕੇ ਪੜ੍ਹ ਲਓ। ਸਿੰਪਲੀ ਬਹੁਤ ਜ਼ਿਆਦਾ ਜਿਵੇਂ ਆਪਾਂ ਗੂਗਲ ਯੂਜ਼ ਕਰਦੇ ਹਾਂ ਉਸੇ ਚੀਜ਼ਾਂ ਨੂੰ ਇੱਕ ਸਿਸਟਮੈਟਿਕ ਇੰਗਲਿਸ਼ ਦੇ ਵਿੱਚ ਬਸ ਉਰੇ ਲਿਖਿਆ ਹੋਇਆ। ਫਿਰ ਆਉਂਦਾ ਆਰਕੀਟੈਕਚਰ, ਪੂਰਾ ਢਾਂਚਾ ਕੀ ਹੈ, ਕਿਵੇਂ ਕੰਮ ਕਰਦਾ ਹੈ ਅਸਲੀ ਸਰਚ ਇੰਜਨ। ਹੁਣ ਉਹਨੂੰ ਆਪਾਂ ਕੰਪਿਊਟਰ ਲੈਂਗੁਏਜ ਦੇ ਵਿੱਚ ਦੇਖ ਲੈਂਦੇ ਹਾਂ। ਸੋ ਜਿਹੜਾ ਸਰਚ ਇੰਜਨ ਦਾ ਪੂਰਾ ਆਰਕੀਟੈਕਚਰ ਹੈ ਉਹਦੇ ਵਿੱਚ 3 ਲੇਅਰ ਨੇ, 3 ਅਲੱਗ-ਅਲੱਗ ਲੇਅਰਸ ਦੇ ਉੱਤੇ ਕੰਮ ਹੁੰਦਾ, ਲੈਵਲਸ ਦੇ ਉੱਤੇ ਕੰਮ ਹੁੰਦਾ। ਸਭ ਤੋਂ ਪਹਿਲਾਂ ਕਹਿੰਦੇ ਕੰਟੈਂਟ ਇਕੱਠਾ ਕੀਤਾ ਜਾਂਦਾ ਕਿ ਕੰਟੈਂਟ ਚਾਹੀਦਾ ਕੀ ਹੈ। ਦੂਜੇ ਨੰਬਰ ਤੇ ਫਿਰ ਉਹ ਕੰਟੈਂਟ ਜੋ ਸਰਚ ਕਰਕੇ ਜੋ ਮੇਨ ਕੋਰ ਮਤਲਬ ਇੰਪੋਰਟੈਂਟ, ਜੋ ਇੰਪੋਰਟੈਂਟ ਚੀਜ਼ਾਂ ਆਰਟੀਕਲ ਲੱਗਦਾ ਸਰਚ ਇੰਜਨ ਨੂੰ ਵੀ ਆਪਣੇ ਫਾਇਦੇ ਦੀਆਂ ਨੇ, ਉਹ ਆਪਣੇ ਸਾਹਮਣੇ ਰੱਖਦਾ। ਲਾਸਟ ਵਿੱਚ ਹੈ ਯੂਜ਼ਰ ਐਂਡ ਐਪਲੀਕੇਸ਼ਨ ਇੰਟਰਫੇਸ, ਮਤਲਬ ਕਿ
ਆਪਾਂ ਨੂੰ ਕੋਈ ਚੀਜ਼ ਪਸੰਦ ਨਹੀਂ ਆਈ, ਆਪਾਂ ਪ੍ਰੋਬਲਮ ਦੇ ਵਿੱਚ ਜਾ ਸਕਦੇ ਹਾਂ, ਕੁਰੀ ਪਾ ਸਕਦੇ ਹਾਂ, ਜਾਂ ਫਿਰ ਆਪਾਂ ਕੀ ਕਰ ਸਕਦੇ ਹਾਂ, ਆਪਾਂ ਕੋਈ ਵੀ ਹੋਰ ਚੀਜ਼ ਉਹਦੇ ਨਾਲ ਸਰਚ ਕਰ ਸਕਦੇ ਹਾਂ। ਸੋ ਕਹਿੰਦੇ ਤਿੰਨ ਤਰੀਕੇ ਦੇ ਨਾਲ ਮੇਨ ਢਾਂਚਾ ਚੱਲਦਾ ਹੈ ਇਹਦਾ ਪੂਰਾ ਸਰਚ ਇੰਜਨ ਦਾ। ਪਹਿਲੇ ਨੰਬਰ ਤੇ ਜਦੋਂ ਆਪਾਂ ਨੇ ਕੋਈ ਕੀਵਰਡ ਗੂਗਲ ਦੇ ਵਿੱਚ ਲਿਖਤਾ ਤਾਂ ਫਟਾਫਟ ਗੂਗਲ ਸ਼ੁਰੂ ਕਰ ਦੂ ਉਹਨੂੰ ਲੈ ਕੇ ਸਮਾਨ ਇਕੱਠਾ ਕਰਨਾ, ਵੀ ਇਹ ਬੰਦੇ ਨੇ ਇੰਡੀਆ ਲਿਖਿਆ, ਹੁਣ ਮੈਂ ਇਹਨੂੰ ਲੈ ਕੇ ਕੰਟੈਂਟ ਇਕੱਠਾ ਕਰਾਂ। ਫਿਰ ਉਹ ਕੰਟੈਂਟ ਇਕੱਠਾ ਕਰਕੇ ਸਰਚ ਕਰਕੇ ਇੰਪੋਰਟੈਂਟ ਚੀਜ਼ਾਂ ਆਪਣੇ ਸਾਹਮਣੇ ਲਿਆ ਕੇ ਰੱਖ ਦੂ। ਫਿਰ ਲਾਸਟ ਦੇ ਵਿੱਚ ਜੋ ਇਨਸਾਨ ਨੂੰ ਯੂਜ਼ਰ ਨੂੰ ਲੋੜ ਹੈ ਉਸ ਮੁਤਾਬਿਕ ਉਹ ਸਰਚ ਕਰ ਸਕਦਾ ਹੈ, ਓਪਨ ਕਰ ਸਕਦਾ ਹੈ। ਸੋ ਇਹ ਹੈ ਮੇਨ ਪੂਰਾ ਆਰਕੀਟੈਕਚਰ। ਸੋ ਆਪਾਂ ਨੇ ਜਿਹੜਾ ਮੇਨ ਚੀਜ਼ ਯਾਦ ਰੱਖਣੀ ਹੈ ਉਹ ਤਾਂ ਜਿਹੜੇ ਅਸਲੀ ਆਪਾਂ ਨੇ ਕੰਪੋਨੈਂਟ ਪੜ੍ਹ ਚੁੱਕੇ ਜਿਵੇਂ ਵੈਬ ਕ੍ਰੋਲਰ ਵਗੈਰਾ ਉਹੀ ਰੱਖਣਾ ਹੈ, ਬਟ ਹੁਣ ਆਪਾਂ ਮੇਨ ਇਹ ਲੇਅਰਸ ਦੇ ਸਿਰਫ ਨੇਮ ਐਗਜ਼ਾਮ ਦੇ ਲਈ ਯਾਦ ਰੱਖਣੇ ਆ ਕਿ ਕਿਹੜੀ ਚੀਜ਼ ਦੇ ਵਿੱਚ ਕੀ ਆਉਂਦਾ। ਸੋ ਜਿਵੇਂ ਕੰਟੈਂਟ ਕਲੈਕਸ਼ਨ ਐਂਡ ਰਿਫਾਈਨਮੈਂਟ ਪਹਿਲਾ ਜਿਹੜਾ ਸਟੈਪ ਹੈ, ਇਹ ਦੂਜਾ ਸਟੈਪ ਹੈ, ਇਹ ਲਾਸਟ ਤੀਜਾ ਸਟੈਪ ਹੈ। ਸੋ ਪਹਿਲੇ ਸਟੈਪ ਦੇ ਵਿੱਚ ਡੇਟਾਬੇਸ ਕਨੈਕਟਰ ਹੁੰਦਾ, ਵੈਬ ਕ੍ਰੋਲਰ ਹੁੰਦਾ, ਸ਼ੇਅਰ ਪੁਆਇੰਟ ਕਨੈਕਟਰ ਹੁੰਦਾ, ਫਾਈਲ ਸਰਵਰ ਕਨੈਕਟਰ ਤੇ LDAP ਕਨੈਕਟਰ। ਇਹ ਸਾਰੇ ਕਨੈਕਟਰ ਮਿਲ ਕੇ ਇਨਫੋਰਮੇਸ਼ਨ ਇਕੱਠੀ ਕਰਨ ਦਾ ਕੰਮ ਸ਼ੁਰੂ ਕਰ ਦਿੰਦੇ ਨੇ। ਕੰਟੈਂਟ ਰਿਫਾਈਨਮੈਂਟ ਸਿਸਟਮ ਆਪਾਂ ਨੂੰ ਰਿਫਾਈਨ ਹੋ ਕੇ ਜੋ ਚੀਜ਼ ਚਾਹੀਦੀ ਹੈ ਗੂਗਲ ਉਹ ਸਾਹਮਣੇ ਰੱਖਦਾ ਹੈ। ਇਹ ਨਹੀਂ ਕਿ ਆਪਾਂ ਨੇ ਇੰਡੀਆ ਸਰਚ ਕੀਤਾ ਤਾਂ ਆਪਾਂ ਨੂੰ ਉੱਥੇ ਅਫਰੀਕਾ ਦੀ ਇਨਫੋਰਮੇਸ਼ਨ ਆਉ, ਐਵੇਂ ਨਹੀਂ ਹੈ। ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਜੋ ਕਲੀਅਰ ਕ੍ਰਿਸਪ ਨੌਲੇਜ ਚਾਹੀਦੀ ਹੈ ਸਰਚ ਇੰਜਨ ਉਹ ਆਪਣੇ ਸਾਹਮਣੇ ਲਿਆ ਕੇ ਰੱਖਦਾ। ਦੂਜੇ ਨੰਬਰ ਦੀ ਜਿਹੜੀ ਲੇਅਰ ਹੈ ਸਰਚ ਕੋਡ ਦੀ, ਉੱਥੇ ਕੰਮ ਹੁੰਦਾ ਸਰਚ ਇੰਜਨ ਦਾ, ਐਨਾਲਿਟਿਕ ਬੈਕਐਂਡ ਦਾ ਤੇ ਸਿਕਿਉਰਿਟੀ ਮੋਡਿਊਲ ਦਾ। ਫਿਰ ਲਾਸਟ ਦੇ ਵਿੱਚ ਵੈਬ ਸਰਵਿਸ ਆਉਂਦੀਆਂ ਨੇ, SOAP, RSS, ਓਪਨ ਸਰਚ, ਜਾਂ ਸਰਚ ਐਪਲੀਕੇਸ਼ਨ ਆਉਂਦੀ ਹੈ, ਕੁਇਰੀ ਕੰਪਲੀਸ਼ਨ, ਸਰਚ ਐਨਾਲਿਟਿਕ ਫਰੰਟ ਐਂਡ। ਸੋ ਇਹਦਾ ਮਤਲਬ ਹੈ ਕਿ ਜਿਹੜੇ ਆਪਣਾ ਖੁਦ ਯੂਜ਼ਰ ਆਪਾਂ ਨੇ ਕੋਈ ਚੀਜ਼ ਇਨਫੋਰਮੇਸ਼ਨ ਲੈਣੀ ਹੈ ਉਹ ਇਹਨਾਂ ਦੇ ਵਿੱਚੋਂ ਕੋਈ ਵੀ ਸਰਵਿਸ ਯੂਜ਼ ਕਰਕੇ ਇਨਫੋਰਮੇਸ਼ਨ ਲੈ ਲੈਣਗੇ। ਸੋ ਜੈਲੀਫਿਸ਼ ਇਹ ਵੀ ਇੱਕ ਇੰਪੋਰਟੈਂਟ ਆਪਾਂ ਨੇ ਉਰੇ ਇੰਟਰਫੇਸ ਯਾਦ ਰੱਖਣਾ ਹੈ। ਸੋ ਜੈਲੀਫਿਸ਼ ਬਸ ਤੁਸੀਂ ਇੰਨਾ ਯਾਦ ਰੱਖਣਾ ਹੈ ਕਿ ਇੱਕ ਇੰਪੋਰਟੈਂਟ ਸੌਫਟਵੇਅਰ ਕੰਪੋਨੈਂਟ ਹੈ। ਸੋ ਹੁਣ ਆਪਣਾ ਸਾਰਾ ਆਪਾਂ ਨੇ ਦੇਖ ਲਿਆ ਕਿ ਮੇਨ ਕੰਪੋਨੈਂਟ ਕਿਹੜੇ ਸੀ। Then we talked about the application ਕਿ ਪੂਰਾ ਸਿਸਟਮ ਕੰਮ ਕਿਵੇਂ ਕਰਦਾ, how it works, and ਲਾਸਟ ਵਿੱਚ ਹੁਣ ਆਪਾਂ ਨੇ ਤਾਂ ਆਰਕੀਟੈਕਚਰ ਪੂਰਾ 3 ਲੇਅਰਸ ਦੇ ਵਿੱਚ ਪੂਰਾ ਢਾਂਚਾ ਦੇਖਿਆ ਵੀ ਕਿਵੇਂ ਕਿਵੇਂ ਜਿਹੜੀ ਸਰਚ ਹੈ ਉਹ ਹੁੰਦੀ ਹੈ, ਕਿੱਥੋਂ ਕਿਵੇਂ ਕੰਮ ਹੁੰਦਾ ਹੈ। ਨੈਕਸਟ ਕਮ ਸਰਚ ਇੰਜਨ ਪ੍ਰੋਸੈਸਿੰਗ। ਹੁਣ ਲੇਅਰਸ ਦੇ ਵਿੱਚ ਜਿਹੜਾ ਡੇਟਾ ਪਹੁੰਚ ਗਿਆ ਉਹਦੇ ਅੰਦਰ ਪ੍ਰੋਸੈਸਿੰਗ ਕਿਵੇਂ ਹੁੰਦੀ ਹੈ, ਕਿਵੇਂ ਕੰਮ ਚੱਲਦਾ ਹੈ। ਸੋ ਸਰਚ ਇੰਜਨ ਦੀ ਆਪਾਂ ਪ੍ਰੋਸੈਸਿੰਗ ਦੀ ਗੱਲ ਕਰੀਏ ਤੇ ਇਹਨੂੰ ਆਪਾਂ ਦੋ ਹੈਡਸ ਦੇ ਵਿੱਚ ਪੜਾਂਗੇ, ਇੰਡੈਕਸਿੰਗ ਪ੍ਰੋਸੈਸ, ਕੁਇਰੀ ਪ੍ਰੋਸੈਸ। ਇੰਡੈਕਸਿੰਗ ਦੇ ਵਿੱਚ ਕੀ ਹੁੰਦਾ, ਤਿੰਨ ਮੇਨ ਕੰਮ ਕੀਤੇ ਜਾਂਦੇ ਨੇ। ਜਿਹੜੀ ਚੀਜ਼ ਆਪਾਂ ਨੇ ਲਿਖੀ ਹੈ ਸਰਚ ਕਰਨ ਲਈ, ਫੋਰ ਐਗਜ਼ਾਮਪਲ ਇੰਡੀਆ ਲਿਖਿਆ ਗੂਗਲ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਜਿਹੜਾ ਸਰਚ ਇੰਜਨ ਹੈ ਉਹ ਟੈਕਸਟ ਨੂੰ ਐਕੁਜ਼ਿਟ ਕਰੂ, ਮਤਲਬ ਕਿ ਉਹਨੂੰ ਆਈਡੈਂਟੀਫਾਈ ਕਰੂ, ਲੱਭਣ ਦੀ ਕੋਸ਼ਿਸ਼ ਕਰੂ ਤੇ ਉਹਦੇ ਨਾਲ ਰਿਲੇਟਡ ਡਾਕੂਮੈਂਟਸ ਦੇ ਵਿੱਚ ਆਪਦੇ ਆਪ ਦੀ ਜਿਹੜੀ ਸਰਚ ਹੈ ਉਹਨੂੰ ਭੇਜੂ। ਫਿਰ ਉਹ ਜਿਹੜਾ ਇਨਫੋਰਮੇਸ਼ਨ ਹੈ ਉਹਨੂੰ ਆਪਣੇ ਸਾਹਮਣੇ ਟਰਮਸ ਦੇ ਵਿੱਚ ਕੁਝ ਡਾਕੂਮੈਂਟਸ ਦੀ ਫਾਰਮ ਦੇ ਵਿੱਚ ਆਪਣੇ ਸਾਹਮਣੇ ਲਿਆ ਕੇ ਰੱਖ ਦੂ। ਉਸ ਤੋਂ ਬਾਅਦ ਹੈ ਇੰਡੈਕਸ ਕ੍ਰੀਏਸ਼ਨ। ਇਹਦਾ ਮਤਲਬ ਹੈ ਕਿ ਜਿਹੜਾ ਡੇਟਾ ਹੈ ਉਹਨੂੰ ਫਾਸਟ ਸਰਚ ਕਰਨ ਦੇ ਲਈ ਪਿੱਛੇ ਜਿਹੜਾ ਕੰਮ ਚੱਲਦਾ ਹੈ ਇੰਡੈਕਸਿੰਗ ਦਾ, ਉਹ ਕੀ ਕਰੂ, ਇਹ ਨਹੀਂ ਕਿ ਆਪਣੇ ਗੂਗਲ ਤੇ ਕੁਝ ਸਰਚ ਕੀਤਾ ਆਪਾਂ ਨੂੰ 5 ਮਿੰਟ ਰੁਕਣਾ ਪਊ, ਨਾਲ ਦੀ ਨਾਲ ਆਪਣੇ ਕੋਲ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ। ਸੋ ਇਹੀ ਇੰਡੈਕਸ ਕ੍ਰੀਏਸ਼ਨ ਦਾ ਕੰਮ ਹੈ ਕਿ ਆਪਾਂ ਨੇ ਜੋ ਸਰਚ ਕੀਤਾ ਉਹਨੂੰ ਫਟਾਫਟ ਟ੍ਰਾਂਸਫਾਰਮ ਕਰਕੇ ਡੇਟਾ ਨੂੰ ਕ੍ਰੀਏਟ ਕਰਕੇ ਪ੍ਰੋਪਰ ਸਟਰਕਚਰ 'ਚ ਪਾ ਕੇ ਆਪਣੇ ਸਾਹਮਣੇ ਫਾਸਟ ਸਰਚ ਦੀ ਜਿਹੜੀ ਸਰਵਿਸ ਹੈ ਉਹ ਰੱਖ ਦੂਗਾ। ਸੋ ਇਹ ਸੀ ਇੰਡੈਕਸਿੰਗ ਦਾ ਪ੍ਰੋਸੈਸ, ਬੇਸਿਕਲੀ ਟੈਕਸਟ ਨਾਲ ਸਾਰਾ ਕੁਝ ਰਿਲੇਟਡ ਹੈ। ਫਿਰ ਆਉਂਦਾ ਕੁਇਰੀ ਦੇ ਅੰਦਰ ਤਿੰਨ ਚੀਜ਼ਾਂ ਆਉਂਦੀਆਂ ਨੇ, ਯੂਜ਼ਰ ਇੰਟਰੈਕਸ਼ਨ, ਰੈਂਕਿੰਗ, ਇਵੈਲੂਏਸ਼ਨ। ਮਤਲਬ ਕਿ ਸਭ ਤੋਂ ਪਹਿਲਾਂ ਕਿ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਰਿਫਾਈਨਮੈਂਟ ਹੁੰਦੀ ਹੈ ਸਰਚ ਦੀ, ਉਹ ਇਸ ਪ੍ਰੋਸੈਸ ਦੇ ਥਰੂ ਹੁੰਦੀ ਹੈ। ਮਤਲਬ ਆਪਾਂ ਨੂੰ ਜੋ ਚੀਜ਼ ਚਾਹੀਦੀ ਹੈ, ਆਪਣੀ ਜੋ ਕੁਇਰੀ ਹੈ, ਜੋ ਆਪਣੀ ਸਰਚ ਹੈ, ਉਹਨੂੰ ਸਹੀ ਤਰੀਕੇ ਦੇ ਨਾਲ ਆਪਣੇ ਸਾਹਮਣੇ ਡਿਸਪਲੇ ਕਰਨਾ। ਇਹ ਨਹੀਂ ਕਿ ਜੇ ਇੰਡੀਆ ਦੀ ਸਰਚ ਕੀਤੀ ਹੈ ਤਾਂ ਉੱਥੇ ਆਸਟ੍ਰੇਲੀਆ ਬਾਰੇ ਆ ਜਾਵੇ। ਸੋ ਇਹ ਹੁੰਦੀ ਹੈ ਯੂਜ਼ਰ ਇੰਟਰੈਕਸ਼ਨ, ਮਤਲਬ ਕਿ ਮੈਨੂੰ ਜੋ ਚਾਹੀਦਾ ਹੈ ਉਹ ਮੈਨੂੰ ਅੱਗਿਓਂ ਮਿਲ ਰਿਹਾ। ਫਿਰ ਆਉਂਦੀ ਹੈ ਰੈਂਕਿੰਗ, ਉਹ ਵੀ ਕੁਇਰੀ ਪ੍ਰੋਸੈਸ ਦੇ ਅੰਦਰ ਆਉਂਦੀ ਹੈ। ਸੋ ਰੈਂਕ ਦੇ ਅਕੋਰਡਿੰਗ ਡਾਕੂਮੈਂਟਸ ਉਹਦੇ ਉੱਤੇ ਆਪਣੇ ਕੋਲ ਹੁੰਦੇ ਨੇ, ਇਹ ਮੈਂ ਤੁਹਾਨੂੰ ਆਲਰੇਡੀ
समझा चुकी हाँ भी ਜਿਹੜੀ चीज़ सब तो ज़्यादा रेलेवेंट है वो नंबर 1 ਤੇ ਪਈ ਹੋ ਜਿਹੜੀ चीज़ थोड़ी बहुत रेलेवेंट है ਜਿਹਦੇ ਚ ਮਾੜਾ ਮੋਟਾ ਇੰਡੀਆ वर्ड यूज ਕੀਤਾ ਹੋ ਜਿਵੇਂ ਤਾਂ ਉਹ चीज़ 5ਵੇਂ 6ਵੇਂ ਨੰਬਰ ਤੇ ਹੋਊਗੀ। ਉਸ ਤੋਂ ਬਾਅਦ ਹੈ ਇਵੈਲੂਏਸ਼ਨ। ਇਵੈਲੂਏਸ਼ਨ ਦਾ ਮਤਲਬ ਹੈ ਕਿ ਇਹ ਚੀਜ਼ ਆਪਾਂ ਆਫਲਾਈਨ ਕਰਦੇ ਹਾਂ। ਹੁਣ ਆਪਾਂ ਨੇ ਰਿਜ਼ਲਟ ਆ ਗਿਆ ਆਪਣੇ ਕੋਲ, ਹੁਣ ਆਪਾਂ ਆਰਾਮ ਨਾਲ ਬੈਠ ਕੇ ਜਦੋਂ ਇਵੈਲੂਏਟ ਕਰਦੇ ਹਾਂ ਦੇਖਦੇ ਹਾਂ ਕਿ ਆਪਾਂ ਨੇ ਕਿਹੜਾ ਡਾਕੂਮੈਂਟ ਖੋਲਣਾ, ਮੋਨੀਟਰ ਕਰਦੇ ਹਾਂ ਉਹਦੀ ਇਫੈਕਟਿਵਨੈਸ ਐਫੀਸ਼ੀਐਂਸੀ ਦੇਖਦੇ ਹਾਂ, ਆਪਾਂ ਟਾਈਟਲ ਪੜ੍ਹਦੇ ਹਾਂ ਕਿ ਇਹ ਚੀਜ਼ ਆਪਾਂ ਨੂੰ ਖੋਲਣ ਦੀ ਲੋੜ ਹੈ ਜਾਂ ਨਹੀਂ ਹੈ। ਜੋ ਆਪਾਂ ਨੇ ਟੌਪਿਕ ਸਰਚ ਕੀਤਾ ਆਪਾਂ ਨੂੰ ਲੱਗ ਰਿਹਾ ਵੀ ਇਹ ਆਪਣੇ ਕੰਮ ਆਊਗਾ। ਸੋ ਜਦੋਂ ਆਪਾਂ ਉਸ ਚੀਜ਼ ਨੂੰ ਇਵੈਲੂਏਟ ਕਰਦੇ ਹਾਂ, ਪਰਖਦੇ ਹਾਂ, ਦੇਖਦੇ ਹਾਂ, ਉਹ ਆਉਂਦਾ ਕੁਇਰੀ ਪ੍ਰੋਸੈਸ ਦਾ ਲਾਸਟ ਹਿੱਸਾ। ਤੇ ਇਹ ਇੰਪੋਰਟੈਂਟ ਪੁਆਇੰਟ ਹੈ ਕਿ ਕਿਹੜਾ ਇਹੋ ਜਿਹਾ ਪ੍ਰੋਸੈਸ ਹੈ ਜਿਹੜਾ ਆਫਲਾਈਨ ਹੁੰਦਾ। ਸੋ ਇਹ ਆਫਲਾਈਨ ਕੁਇਰੀ ਪ੍ਰੋਸੈਸ ਦਾ ਇਵੈਲੂਏਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਹੁੰਦਾ। ਸੋ ਹੁਣ ਮੈਂ ਥੋੜੀ ਜਿਹੀ ਤੁਹਾਨੂੰ ਬਰੀਫਿੰਗ ਦੇ ਦਿੰਨੀ ਆ ਕਿ ਇੰਪੋਰਟੈਂਟ ਪੂਰੇ ਵਰਲਡ ਦੇ ਵਿੱਚ ਜਿਹੜੇ ਅੱਜ ਅਵੇਲੇਬਲ ਨੇ ਐਕਟਿਵਲੀ ਚੱਲਣ ਵਾਲੇ ਸਰਚ ਇੰਜਨ ਕਿਹੜੇ-ਕਿਹੜੇ ਨੇ। ਸੋ ਐਕਟਿਵਲੀ ਚੱਲਣ ਵਾਲੇ ਸਰਚ ਇੰਜਨ ਜਿਹੜੇ ਕਿ ਅੱਜ ਅਵੇਲੇਬਲ ਨੇ ਉਹ ਹੈ ਗੂਗਲ। ਇਹਨੂੰ ਸਟਾਰਟਿੰਗ ਦੇ ਵਿੱਚ ਬੈਕਰਬ ਕਿਹਾ ਜਾਂਦਾ ਸੀ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਇਹਨੂੰ ਸਟਾਰ ਮਾਰਕ ਕਰ ਲਓ ਕਿ ਬੈਕਰਬ ਕਿਹਨੂੰ ਕਿਹਾ ਜਾਂਦਾ ਸੀ, ਇਹ ਗੂਗਲ ਨੂੰ ਕਿਹਾ ਜਾਂਦਾ ਸੀ। ਤੇ ਇਹ ਮੋਸਟ ਪਪੂਲਰ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲਾ ਸਰਚ ਇੰਜਨ ਹੈ ਪੂਰੇ ਵਰਲਡ ਦੇ ਵਿੱਚ। ਫਿਰ ਆਉਂਦਾ ਮਾਈਕਰੋਸਾਫਟ ਦਾ ਬਿੰਜ, ਫਿਰ ਆਉਂਦਾ ਆਸਕ ਜੋ ਕਿ 1996 ਚ ਹੋਇਆ ਸੀ। ਸਟਾਰਟਿੰਗ ਵਿੱਚ ਜਦੋਂ ਇਹ ਬਣਿਆ ਤਾਂ ਇਹਨੂੰ ਆਸਕ ਜੀਵਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਫਿਰ ਉਸ ਤੋਂ ਬਾਅਦ ਆਉਂਦਾ ਅਲਟਾ ਵਿਸਟਾ, ਦੈਨ AOL ਡਾਟ ਸਰਚ, ਇਹ ਵੀ ਗੂਗਲ ਦਾ ਹੈ। ਇਹ ਵੀ ਆਪਾਂ ਨੇ ਯਾਦ ਰੱਖਣਾ ਕਿ ਗੂਗਲ ਦਾ ਇੱਕ ਹੋਰ ਅੱਗਿਓਂ ਸਰਚ ਇੰਜਨ ਕਿਹੜਾ ਹੈ, AOL ਡਾਟ ਸਰਚ। ਦੈਨ ਇੱਕ ਲਾਈਕੋਜ਼ ਹੈ। ਲਾਸਟ ਵਿੱਚ ਹੈ ਅਲੈਕਸਾ। ਅਲੈਕਸਾ ਬੇਸਿਕਲੀ ਇੱਕ ਨਵੀਂ ਲੇਟੈਸਟ ਟੈਕਨੋਲੋਜੀ ਦਾ ਸਰਚ ਇੰਜਨ ਕਹਿ ਸਕਦੇ ਹਾਂ ਜੋ ਆਪਾਂ ਨੂੰ ਮਲਟੀ ਫੈਸਿਲਿਟੀਜ਼ ਪ੍ਰੋਵਾਈਡ ਕਰਦਾ ਹੈ। ਅਲੈਕਸਾ ਇੱਕ ਐਮਾਜ਼ਨ ਦਾ ਹੀ ਸਬਸਿਡਰੀ ਹੈ, ਐਮਾਜ਼ਨ ਨੇ ਤਿਆਰ ਕੀਤਾ ਹੈ ਤੇ ਇਹ ਆਪਾਂ ਨੂੰ ਵੈਬਸਾਈਟ ਟ੍ਰੈਫਿਕ ਇਨਫੋਰਮੇਸ਼ਨ ਦਿੰਦਾ ਹੈ। ਜੋ ਵੀ ਆਪਾਂ ਬੋਲਦੇ ਹਾਂ ਉਹ ਆਪਾਂ ਨੂੰ ਡੇਟਾ ਇਕੱਠਾ ਕਰਕੇ ਉਹਦੇ ਬਾਰੇ ਦੱਸਦੇ ਆ। ਸੋ ਇਹ ਹੈ ਅਲੈਕਸਾ। ਜਿਹੜਾ ਇੰਪੋਰਟੈਂਟ ਕੁਐਸਚਨ ਬਣਦਾ ਉਹ ਬਣਦਾ ਕੰਪਨੀ ਨੂੰ ਲੈ ਕੇ ਐਮਾਜ਼ਨ। ਸੋ ਹੁਣ ਆਪਾਂ ਕੁਇਕਲੀ ਦੇਖਾਂਗੇ ਕਿ ਜਿੰਨੇ ਵੀ ਇੰਪੋਰਟੈਂਟ ਸਰਚ ਇੰਜਨਸ ਨੇ ਉਹਨਾਂ ਦੇ ਮੇਨ ਫੀਚਰਸ ਕੀ ਨੇ। ਸਭ ਤੋਂ ਪਹਿਲਾਂ ਸਭ ਤੋਂ ਪਪੂਲਰ ਗੂਗਲ। ਜਿਹੜਾ ਗੂਗਲ ਹੈ ਟੋਟਲ ਸਰਚ ਇੰਜਨ ਮਾਰਕੀਟ ਦਾ 92% ਹਿੱਸਾ ਗੂਗਲ ਹੈ। ਮਤਲਬ ਕਿ ਜਿੰਨੀ ਵੀ ਵੱਖ-ਵੱਖ ਕੰਪਨੀਆਂ ਦੇ ਦੁਆਰਾ ਲਾਂਚ ਕੀਤੇ ਹੋਏ ਸਰਚ ਇੰਜਨਸ ਸਰਚ ਕਰਦੇ ਨੇ ਚੀਜ਼ਾਂ, ਉਹਦੇ ਵਿੱਚੋਂ 92% ਜਿਹੜੀ ਸਰਚ ਹੈ ਉਹ ਗੂਗਲ ਦੇ ਥਰੂ ਹੁੰਦੀ ਹੈ। ਸੋ ਇੱਕ ਦਿਨ ਦੇ ਵਿੱਚ 3.5 ਬਿਲੀਅਨ ਲੋਕ ਘੱਟੋ ਘੱਟ ਸਰਚ ਕਰਦੇ ਨੇ ਗੂਗਲ ਦੇ ਥਰੂ। ਸੈਕੰਡਲੀ ਇਹਦੇ ਮੇਨ ਫੀਚਰਸ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਸੋ ਆਈ ਐਮ ਨਾਟ ਗੋਇੰਗ ਟੂ ਰਿਪੀਟ ਦੈਟ ਅਗੇਨ ਹੇਅਰ। ਮੇਨ ਜਿਹੜੀ ਚੀਜ਼ ਯਾਦ ਰੱਖਣੀ ਹੈ ਗੂਗਲ ਟੌਪਿਕ ਦੇ ਵਿੱਚੋਂ ਦੈਟ ਇਜ਼ ਕਿ ਇਹ ਡਿਵੈਲਪ ਕਿਹਨੇ ਕੀਤੀ ਹੈ। ਸੋ 1997 ਦੇ ਵਿੱਚ ਲੈਰੀ ਪੇਜ, ਸਰਜੇ ਬ੍ਰਿਨ ਤੇ ਸਕਾਟ ਹਸਨ, ਇਹ ਤਿੰਨ ਬੰਦਿਆਂ ਨੇ ਗੂਗਲ ਸਰਚ ਇੰਜਨ ਨੂੰ ਡਿਵੈਲਪ ਕੀਤਾ। ਤੇ ਥੋੜੇ ਸਾਲਾਂ ਬਾਅਦ 2011 ਦੇ ਵਿੱਚ ਜਿਵੇਂ ਜਿਵੇਂ ਟੈਕਨੋਲੋਜੀ ਐਡਵਾਂਸ ਹੁੰਦੀ ਗਈ ਤਾਂ ਜੂਨ 2011 ਚ ਪਹਿਲਾਂ ਸੀ ਸਿਰਫ ਆਪਾਂ ਲਿਖ ਕੇ ਸਰਚ ਕਰ ਸਕਦੇ ਸੀ, ਹੁਣ ਆਪਾਂ ਬੋਲ ਕੇ ਆਪਣੀ ਆਵਾਜ਼ ਦੇ ਥਰੂ ਵੀ ਸਰਚ ਕਰ ਸਕਦੇ ਹਾਂ। ਸੋ ਗੂਗਲ ਵੌਇਸ ਸਰਚ ਨਾਮ ਦੀ ਇੱਕ ਨਵੀਂ ਚੀਜ਼ ਐਡ ਹੋਈ ਤੇ 2012 ਮਈ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਨਵਾਂ ਪ੍ਰੋਗਰਾਮਿੰਗ ਨੂੰ ਲੈ ਕੇ ਗੂਗਲ ਨੇ ਇੱਕ ਹੋਰ ਸਰਚ ਫੀਚਰ ਐਡ ਕਰਤਾ ਇਹਦੇ ਵਿੱਚ, ਨੌਲੇਜ ਗ੍ਰਾਫ ਦੇ ਨਾਮ ਦਾ। ਸੋ ਇਹ ਸੀ ਇੰਪੋਰਟੈਂਟ ਚੀਜ਼ਾਂ ਗੂਗਲ ਨੂੰ ਲੈ ਕੇ। ਤੇ ਸਭ ਤੋਂ ਇੰਪੋਰਟੈਂਟ ਇਹਦੇ ਵਿੱਚ ਆਪਾਂ ਨੇ ਇਹਦੇ ਡਿਵੈਲਪਰਸ ਦਾ ਨਾਮ ਤੇ ਈਅਰ ਯਾਦ ਰੱਖਣਾ। ਹੁਣ ਆਪਾਂ ਗੱਲ ਕਰਾਂਗੇ ਬਿੰਜ ਦੀ। ਬਿੰਜ ਆਪਾਂ ਨੇ ਪਹਿਲਾਂ ਦੇਖਿਆ ਸੀ ਬਰੀਫਿੰਗ ਦੇ ਵਿੱਚ ਕਿ ਮਾਈਕਰੋਸਾਫਟ ਕੰਪਨੀ ਦਾ ਹੀ ਇੱਕ ਸਰਚ ਇੰਜਨ ਹੈ। ਤੇ ਇੰਪੋਰਟੈਂਟ ਚੀਜ਼ ਜਿਹੜੀ ਐਮਾਜ਼ਨ ਨੇ ਅਲੈਕਸਾ ਲਾਂਚ ਕੀਤੀ ਹੋਈ ਹੈ ਉਹ ਬਿੰਜ ਸਰਚ ਇੰਜਨ ਯੂਜ਼ ਕਰਕੇ ਆਪਾਂ ਨੂੰ ਚੀਜ਼ਾਂ ਦਿੰਦੀ ਹੈ, ਆਪਾਂ ਨੂੰ ਇਨਫੋਰਮੇਸ਼ਨ ਦਿੰਦੀ ਹੈ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ ਹੈ, ਤੁਹਾਨੂੰ ਇਹ 100% ਟਿਪਸ ਤੇ ਹੋਣਾ ਚਾਹੀਦਾ ਹੈ। ਤੁਸੀਂ ਰੱਟਾ ਲਗਾ ਲਓ ਵੀ ਐਮਾਜ਼ਨ ਦੀ ਅਲੈਕਸਾ ਬਿੰਜ ਯੂਜ਼ ਕਰਕੇ ਸਰਚ ਕਰਦੀ ਹੈ, ਜੋ ਵੀ ਆਪਾਂ ਚੀਜ਼ਾਂ ਕੁਐਸਚਨ ਉਹਨੂੰ ਪੁੱਛਦੇ ਹਾਂ ਉਹ ਸਾਰੀਆਂ ਚੀਜ਼ਾਂ ਦੇ ਜਵਾਬ ਆਨਸਰ ਦਿੰਦੀ ਹੈ ਆਪਣੀ ਕੁਇਰੀਜ਼ ਤੇ ਬਿੰਜ ਦੀ ਵਰਤੋਂ ਦੇ ਨਾਲ। ਸੋ ਮਾਈਕਰੋਸਾਫਟ ਬਿੰਜ, ਜਿਹਨੂੰ ਆਪਾਂ ਬਿੰਜ ਕੱਲਾ ਕਹਿ ਲੈਂਦੇ ਹਾਂ, ਇੱਕ ਵੈਬ ਸਰਚ ਇੰਜਨ ਹੈ। ਸੋ ਮਾਈਕਰੋਸਾਫਟ ਦੇ ਪਹਿਲਾਂ ਬਿੰਜ ਤੋਂ ਪਹਿਲਾਂ ਪੁਰਾਣੇ ਕਿਹੜੇ-ਕਿਹੜੇ ਸਰਚ ਇੰਜਨ ਸੀ, MSN, ਵਿੰਡੋ ਲਾਈਵ, ਲਾਈਵ ਸਰਚ। ਤੇ ਇਹ ਕਿਹੜੀ ਟੈਕਨੋਲੋਜੀ ਯੂਜ਼ ਕਰਦੀ ਹੈ, ਇਹ ਕਰਦੀ ਹੈ ਬਿੰਜ ASP.NET। ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ ਆਪਾਂ ਨੇ।
ਤੇ ਇਹਨੂੰ ਲਾਂਚ ਕਿਨੇ ਕੀਤਾ ਸੀ? ਜਿਹੜੇ ਮਾਈਕਰੋਸਾਫਟ ਦੇ 2009 ਦੇ ਵਿੱਚ ਚੀਫ ਐਗਜ਼ੀਕਿਊਟਿਵ ਆਫਿਸਰ ਸੀ, CEO ਸੀ ਸਟੀਵ ਬਾਲਮਰ, ਇਹਨਾਂ ਨੇ ਲਾਂਚ ਕੀਤਾ ਸੀ। ਤੇ ਉਸ ਤੋਂ ਬਾਅਦ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਮਾਈਕਰੋਸਾਫਟ ਤੇ ਯਾਹੂ ਨੇ ਆਪਸ ਦੇ ਵਿੱਚ ਇੱਕ ਡੀਲ ਕਰ ਲਈ, ਜਿਸ ਤੋਂ ਬਾਅਦ ਯਾਹੂ ਵੀ ਹੁਣ ਪਾਵਰਡ ਬਾਏ ਮਾਈਕਰੋਸਾਫਟ ਹੀ ਹੈ। ਸੋ ਜੁਲਾਈ 2009 ਦੇ ਵਿੱਚ ਮਾਈਕਰੋਸਾਫਟ ਤੇ ਯਾਹੂ ਨੇ ਇੱਕ ਡੀਲ ਕਰ ਲਈ, ਜਿਹਦੇ ਵਿੱਚ ਬਿੰਜ ਯਾਹੂ ਸਰਚ ਨੂੰ ਪਾਵਰ ਕਰ ਰਿਹਾ ਹੈ, ਤੇ ਯਾਹੂ ਨੇ ਜਿਹੜੀ ਇਹ ਟਰਾਂਸਫਰਮੇਸ਼ਨ ਸੀ ਮਾਈਕਰੋਸਾਫਟ ਦੇ ਅੰਦਰ ਆਉਣ ਦੀ, ਉਹਨੂੰ 2012 ਤੱਕ ਪੂਰੀ ਤਰ੍ਹਾਂ ਬਦਲ ਕੇ ਲਾਗੂ ਕਰਵਾ ਲਿਆ। ਤੇ ਅਕਤੂਬਰ 2018 ਤੱਕ ਦੀ ਜੇ ਗੱਲ ਕਰੀਏ ਤਾਂ ਬਿੰਜ ਪੂਰੇ ਧਰਤੀ ਦੇ ਉੱਤੇ ਵਰਲਡ ਵਿੱਚ ਤੀਜਾ ਸਭ ਤੋਂ ਜ਼ਿਆਦਾ ਲਾਰਜੈਸਟ ਸਰਚ ਇੰਜਨ ਹੈ। ਪਹਿਲੇ ਨੰਬਰ ਤੇ ਹੈ ਗੂਗਲ, ਦੂਜੇ ਨੰਬਰ ਤੇ ਹੈ ਬਾਈਡੂ। ਸੋ ਥਰਡ ਇੰਪੋਰਟੈਂਟ ਸਰਚ ਇੰਜਨ ਹੈ ਯਾਹੂ, ਇੱਕ ਅਮਰੀਕਨ ਬੇਸਡ ਵੈਬ ਸਰਵਿਸ ਪ੍ਰੋਵਾਈਡਰ ਹੈ। ਤੇ ਆਪਾਂ ਆਲਰੇਡੀ ਪੜ੍ਹ ਚੁੱਕਿਆ ਕਿ ਮਾਈਕਰੋਸਾਫਟ ਨੇ ਇਹਨੂੰ ਜਿਹੜੀ ਬਿੰਜ ਹੈ ਉਹਦੇ ਅੰਦਰ ਹੀ ਲੈ ਲਿਆ, ਤੇ ਇਹਦੇ ਹੈੱਡਕੁਆਰਟਰਸ ਨੇ ਸਨੀਵੇਲ ਕੈਲੀਫੋਰਨੀਆ, ਤੇ ਇਹਨੂੰ ਵੈਰੀਜ਼ਨ ਮੀਡੀਆ ਇਹ ਓਨ ਕਰਦਾ ਸੀ। ਇਹ ਆਪਾਂ ਗੱਲ ਕਰ ਰਹੇ ਹਾਂ ਜਦੋਂ ਯਾਹੂ ਬਣਿਆ ਉਦੋਂ ਦੀ। ਸੋ ਯਾਹੂ ਨੂੰ ਐਸਟੈਬਲਿਸ਼ ਕੀਤਾ ਸੀ 1994 ਜਨਵਰੀ ਦੇ ਵਿੱਚ। ਬਹੁਤ ਇੰਪੋਰਟੈਂਟ ਨਾਮ ਹੈ, ਇਹ ਆਪਾਂ ਨੇ ਯਾਦ ਰੱਖਣਾ ਹੈ। ਸੋ ਸਾਰੇ ਡਿਵੈਲਪਰਸ ਦਾ ਨਾਮ ਹੈ ਜਿਹੜਾ ਤੁਸੀਂ ਅਲੱਗ ਤੋਂ ਨੋਟ ਡਾਊਨ ਕਰ ਲੈਣਾ ਹੈ। ਸੋ ਯਾਹੂ ਨੂੰ ਐਸਟੈਬਲਿਸ਼ ਕੀਤਾ ਸੀ ਜੈਰੀ ਯੰਗ ਐਂਡ ਡੇਵਿਡ ਫਿਲੋ ਨੇ। ਸੋ ਬਹੁਤ ਇੰਪੋਰਟੈਂਟ ਨਾਮ ਹੈ। ਤੇ ਉਸ ਤੋਂ ਬਾਅਦ ਯਾਹੂ ਦੇ ਵਿੱਚ ਕਿਹੜੀਆਂ ਸਰਵਿਸਿਜ਼ ਮਿਲ ਰਹੀਆਂ ਸੀ? ਸਰਚ ਇੰਜਨ ਤਾਂ ਹੈ ਹੀ ਸੀ ਜਿਹਦਾ ਨਾਮ ਸੀ ਯਾਹੂ ਸਰਚ, ਨਾਲ ਹੋਰ ਬਹੁਤ ਸਾਰੀਆਂ ਸਰਵਿਸਿਜ਼ ਸੀ ਜਿਵੇਂ ਮਾਈ ਯਾਹੂ, ਯਾਹੂ ਮੇਲ, ਯਾਹੂ ਨਿਊਜ਼, ਫਾਈਨੈਂਸ, ਸਪੋਰਟਸ, ਐਡਵਰਟਾਈਜ਼ਿੰਗ ਪਲੇਟਫਾਰਮ। ਤੇ ਐਡਵਰਟਾਈਜ਼ਿੰਗ ਪਲੇਟਫਾਰਮ ਕਿਹੜਾ ਸੀ? ਵੈਰੀਜ਼ਨ ਮੀਡੀਆ ਨੇਟਿਵ। ਵੈਰੀ ਇੰਪੋਰਟੈਂਟ ਕੁਐਸਚਨ ਕਿ ਵੈਰੀਜ਼ਨ ਮੀਡੀਆ ਨੇਟਿਵ ਕਿਹੜੀ ਇੱਕ ਸਰਚ ਇੰਜਨ ਦਾ ਜਾਂ ਕਿਹੜੀ ਕੰਪਨੀ ਦਾ ਐਡਵਰਟਾਈਜ਼ਿੰਗ ਪਲੇਟਫਾਰਮ ਹੈ, ਜਾਂ ਫਿਰ ਅਦਰਵਾਈਜ਼ ਵੀ ਆ ਸਕਦਾ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਕਿ ਯਾਹੂ ਦਾ ਮੇਨ ਮੀਡੀਆ ਪਲੇਟਫਾਰਮ ਐਡਵਰਟਾਈਜ਼ਿੰਗ ਪਲੇਟਫਾਰਮ ਕਿਹੜਾ ਹੈ। ਸੋ ਉਸ ਤੋਂ ਬਾਅਦ ਗੱਲ ਕਰਾਂਗੇ ਕਿਡਲ ਦੀ। ਕਿਡਲ ਕਿਡ ਵਰਡ ਤੋਂ, ਚਿਲਡਰਨ ਵਰਡ ਤੋਂ ਬਣਿਆ ਤੇ ਮੇਨਲੀ ਬੱਚਿਆਂ ਦੇ ਲਈ ਹੀ ਬਣਾਇਆ ਗਿਆ। ਕਹਿੰਦੇ ਜਿਹੜਾ kiddle.co ਹੈ ਇੱਕ ਵੈਬ ਸਰਚ ਇੰਜਨ ਹੈ, ਆਨਲਾਈਨ ਇਨਸਾਈਕਲੋਪੀਡੀਆ ਹੈ। ਬੱਚਿਆਂ ਨੂੰ ਲੈ ਕੇ ਕੋਈ ਵੀ ਜੇ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਬੱਚੇ ਇਹਦੇ ਤੇ ਸੇਫਲੀ ਸਰਚ ਕਰ ਸਕਦੇ ਨੇ। ਮਤਲਬ ਕਿ ਇਹਦੇ ਤੇ ਕੋਈ ਵੀ ਐਡਲਟ ਕੰਟੈਂਟ ਜਾਂ ਕੋਈ ਵੀ ਬੱਚਿਆਂ ਨੂੰ ਜਿਹੜੀ ਚੀਜ਼ ਨੁਕਸਾਨ ਪਹੁੰਚਾਏ ਉਹ ਜਿਹੀ ਇਨਫੋਰਮੇਸ਼ਨ ਨਹੀਂ ਹੈ। ਸੋ ਪੂਰੀ ਤਰ੍ਹਾਂ ਨਾਲ ਸੇਫਲੀ ਬੱਚੇ ਨੂੰ ਯੂਜ਼ ਕਰ ਸਕਦੇ ਨੇ। ਤੇ ਇਹਦਾ ਜਿਹੜਾ ਪ੍ਰੋਗਰਾਮੇਬਲ ਸਰਚ ਇੰਜਨ ਹੈ ਉਹ ਗੂਗਲ ਹੀ ਹੈ। ਸੋ ਕਿਡਲ ਸਰਚ ਹੈ ਜਿਹੜੀ ਇਹ ਪਾਵਰਡ ਬਾਏ ਹੈ ਗੂਗਲ ਪ੍ਰੋਗਰਾਮੇਬਲ ਸਰਚ ਇੰਜਨ। ਕਹਿੰਦੇ ਬਹੁਤ ਸਾਰੇ ਲੋਕ ਇਹ ਗਲਤ ਸਮਝ ਜਾਂਦੇ ਨੇ ਕਿ ਕਿਡਲ ਹੈ ਜਿਹੜੀ ਇਹਨੂੰ ਗੂਗਲ ਕਸਟਮ ਸਰਚ, ਜਿਹੜੀ ਅਸਲੀ ਗੂਗਲ ਵਾਲੀ ਆਪਣੀ ਸਰਚ ਹੈ ਵੀ ਉਹੀ ਇਹਨੂੰ ਪਾਵਰ ਕਰਦੀ ਹੈ। ਕਹਿੰਦੇ ਇਹ ਚੀਜ਼ ਗਲਤ ਹੈ, ਇੱਕ ਗੂਗਲ ਦੇ ਨਾਲ ਐਫੀਲੀਏਟਡ ਨਹੀਂ ਹੈ, ਸਿਰਫ ਜਿਹੜੀ ਇਹਦੇ ਵਿੱਚ ਪ੍ਰੋਗਰਾਮਿੰਗ ਹੈ ਜਿਹਦੇ ਥਰੂ ਸਰਚ ਹੁੰਦੀ ਹੈ ਉਹ ਗੂਗਲ ਕੰਪਨੀ ਪ੍ਰੋਵਾਈਡ ਕਰਵਾ ਰਹੀ ਹੈ। ਸੋ ਕਹਿੰਦੇ ਬਹੁਤ ਸਾਰੇ ਆਰਟੀਕਲਸ ਵਗੈਰਾ ਦੇ ਵਿੱਚ ਇਹ ਗਲਤ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਕਿ ਇਹ ਗੂਗਲ ਦਾ ਇੱਕ ਪ੍ਰੋਡਕਟ ਹੈ। ਕਿਡਲ ਗੂਗਲ ਦਾ ਪ੍ਰੋਡਕਟ ਨਹੀਂ ਹੈ। ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਵੀ ਕੁਐਸਚਨ ਆ ਸਕਦਾ ਹੈ। ਸੋ ਕਿਡਲਸ ਡੋਮੇਨ ਕਦੋਂ ਰਜਿਸਟਰ ਕਰਵਾਇਆ ਗਿਆ? 2014 ਦੇ ਵਿੱਚ। ਤੇ ਕਿਡਲ ਦੀ ਆਪਣੀ ਇੱਕ ਅਲੱਗ ਤੋਂ ਜਿਵੇਂ ਵਿਕੀਪੀਡੀਆ ਉਵੇਂ ਹੀ ਇੱਕ ਸਰਚ ਕਰਨ ਦੇ ਲਈ ਇਨਸਾਈਕਲੋਪੀਡੀਆ ਜਿਹਦਾ ਨਾਮ ਹੈ ਕੇਪੀਡੀਆ। ਇਹਦੇ ਵਿੱਚ ਆਨਲਾਈਨ ਕੀ ਹੈ, ਜੋ ਵੀ ਸਮਾਨ ਆਉਂਦਾ ਹੈ ਉਹ ਸਾਰੇ ਆਰਟੀਕਲਸ ਇਸ ਇਨਸਾਈਕਲੋਪੀਡੀਆ ਦੇ ਵਿੱਚ ਤੁਸੀਂ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ। ਤੇ ਕਿਹੜਾ ਸੌਫਟਵੇਅਰ ਇਹਨੂੰ ਬਣਾਉਂਦਾ? ਮੀਡੀਆ ਵਿਕੀ ਨਾਮ ਦਾ ਸੌਫਟਵੇਅਰ ਹੈ ਜਿਹੜਾ ਕਿ ਕਿਡਲ ਨੂੰ ਚਲਾਉਂਦਾ ਹੈ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ, ਮੀਡੀਆ ਵਿਕੀ। ਫਿਰ ਆਉਂਦਾ ਇੰਪੋਰਟੈਂਟ ਬਾਈਡੂ, ਚਾਈਨੀਜ਼ ਮਲਟੀਨੈਸ਼ਨਲ ਟੈਕਨੋਲੋਜੀ ਕੰਪਨੀ ਦਾ ਸਭ ਤੋਂ ਵੱਡਾ ਸਰਚ ਇੰਜਨ ਤੇ ਗੂਗਲ ਤੋਂ ਬਾਅਦ ਦੂਜੇ ਨੰਬਰ ਤੇ ਆਉਣ ਵਾਲਾ ਸਭ ਤੋਂ ਫੇਮਸ ਹੈ ਬਾਈਡੂ। ਬੇਸਿਕਲੀ ਇਹ ਬੀਜ਼ਿੰਗ ਦੇ ਵਿੱਚ ਚਾਈਨਾ ਦੇ ਵਿੱਚ ਮੇਨ ਇਹਦੇ ਹੈੱਡਕੁਆਰਟਰਸ ਹੈ ਤੇ ਇਹ ਬਹੁਤ ਵੱਡੀ ਲਾਰਜੈਸਟ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਟੈਕਨੋਲੋਜੀ ਹੈ ਕੰਪਿਊਟਰ ਵਾਲੀ ਉਹ ਯੂਜ਼ ਕਰਦਾ ਹੈ, ਬਹੁਤ ਸਕਸੈਸਫੁਲੀ ਚੱਲ ਰਿਹਾ ਹੈ। ਤੇ ਇਹਨੂੰ ਕਿਹਨੇ ਬਣਾਇਆ ਸੀ? ਜਨਵਰੀ 2000 ਦੇ ਵਿੱਚ ਇਹਨੂੰ ਰੋਬਨ ਲੀ ਤੇ ਐਰਿਕ ਸ਼ੂ ਇਹ ਦੋ ਬੰਦਿਆਂ ਨੇ ਬਣਾਇਆ ਸੀ। ਨੇਮ ਆਫ ਦ ਡਿਵੈਲਪਰਸ ਇਜ਼ ਵੈਰੀ ਇੰਪੋਰਟੈਂਟ। ਤੇ ਇੱਕ ਇੰਪੋਰਟੈਂਟ ਚੀਜ਼ ਇੰਡੀਆ ਨੂੰ ਲੈ ਕੇ ਬਾਈਡੂ ਦੇ ਨਾਲ ਜਿਹੜੀ ਆਪਾਂ ਨੇ ਪੜ੍ਹਨੀ ਹੈ ਉਹ ਹੈ ਕਿ ਜਦੋਂ 2020 ਦੇ ਵਿੱਚ ਇੰਡੀਆ ਚਾਈਨਾ ਦੀ ਆਪਸ ਦੇ ਵਿੱਚ ਕਾਫੀ ਇਸ਼ੂਜ਼ ਆ ਗਏ ਸੀ, ਬਾਰਡਰ ਡਿਸਪਿਊਟ ਆ ਗਿਆ ਸੀ, ਤਾਂ ਉਹਨੂੰ ਚੱਲਦੇ ਹੋਏ ਚਾਈਨਾ ਦੇ ਬਹੁਤ ਸਾਰੇ ਐਪ ਜਿਹਦੇ ਵਿੱਚ ਟਿਕਟੌਕ ਵਗੈਰਾ ਵੀ ਸੀਗਾ ਉਹ ਇੰਡੀਆ 'ਚ ਬੈਨ ਕਰਤੇ ਸੀ ਤੇ ਬਾਈਡੂ ਵੀ ਇੰਡੀਆ ਦੇ ਵਿੱਚ ਉਸੇ ਟਾਈਮ ਬੈਨ ਕੀਤਾ ਸੀ।
So Baidu along with other Chinese websites were banned blocked in India for national security reason in August 2020. So ये आपने याद रखना है। ਹੁਣ ਆਉਂਦਾ ਆਪਣਾ ਇੰਪੋਰਟੈਂਟ MCQs। ਸੋ ਤੁਸੀਂ ਇਹ ਸਾਰੇ ਕੁਐਸਚਨਸ ਦੇ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖਣੇ ਨੇ, ਮੈਂ ਤੁਹਾਨੂੰ ਰਿਪਲਾਈ ਕਰਕੇ ਦੱਸ ਦੂੰਗੀ ਕਿ ਤੁਹਾਡਾ ਆਨਸਰ ਸਹੀ ਹੈ ਜਾਂ ਗਲਤ ਹੈ। ਸੋ ਪਹਿਲਾ ਕੁਐਸਚਨ ਹੈ ਕਿ ਗੂਗਲ ਦੇ CEO ਕੌਣ ਨੇ? ਗੂਗਲ ਤੇ ਉਹਦੀ ਜਿਹੜੀ ਪੇਰੈਂਟ ਕੰਪਨੀ ਹੈ ਗੂਗਲ ਦੀ ਐਲਫਾਬੈਟ, ਇਹਨਾਂ ਦੋਨਾਂ ਦੇ CEO ਬਾਰੇ ਉਰੇ ਪੁੱਛਿਆ ਜਾ ਰਿਹਾ। ਸੋ ਨਾਮ ਦੱਸਣਾ ਤੁਸੀਂ। ਦੂਜਾ ਕੁਐਸਚਨ ਹੈ ਕਿ ਜਿਹੜਾ ਸਰਚ ਇੰਜਨ ਹੈ ਇਹ ਯੂਜ਼ ਕਾਦੇ ਲਈ ਕੀਤਾ ਜਾਂਦਾ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ ਇਸ ਪੂਰੇ ਟੌਪਿਕ ਦੇ ਵਿੱਚੋਂ। ਫਿਰ ਤੀਜਾ ਕੁਐਸਚਨ ਹੈ ਕਿ ਚਾਈਨਾ ਦਾ ਸਭ ਤੋਂ ਪਪੂਲਰ ਸਰਚ ਇੰਜਨ ਕਿਹੜਾ ਹੈ? ਫਿਰ ਹੈ ਵੈਬ ਕ੍ਰੋਲਰ ਨੂੰ ਆਪਾਂ ਹੋਰ ਕੀ ਕਹਿੰਦੇ ਆ? ਵੈਬ ਕ੍ਰੋਲਰ ਕੀ ਸੀ? ਬੇਸਿਕ ਕੰਪੋਨੈਂਟ ਸੀ ਸਰਚ ਇੰਜਨ ਦਾ, ਪਹਿਲਾ ਵਾਲਾ ਕੰਪੋਨੈਂਟ ਸੀ। ਫਿਰ ਹੈ ਲਾਸਟ ਕੁਐਸਚਨ, ਸਰਚ ਇੰਜਨ ਮੇਨਟੇਨ ਹੈਵੀ ਡੇਟਾਬੇਸ ਆਫ। ਆਪਾਂ ਨੇ ਹੈਵੀ ਡੇਟਾਬੇਸ ਪੜ੍ਹਿਆ, ਆਪਾਂ ਨੇ ਪ੍ਰੋਸੈਸਿੰਗ ਵਿੱਚ ਪੜ੍ਹਿਆ, ਉਹਦੀ ਵਰਕਿੰਗ ਵਿੱਚ ਪੜ੍ਹਿਆ। ਸੋ ਕਹਿੰਦੇ ਜਿਹੜਾ ਸਰਚ ਇੰਜਨ ਹੈ ਇਹ ਕਿਹੜੀਆਂ ਚੀਜ਼ਾਂ ਦਾ ਡੇਟਾਬੇਸ ਲਿਆ ਕੇ ਆਪਣੇ ਯੂਜ਼ਰਸ ਦੇ ਸਾਹਮਣੇ ਰੱਖਦਾ। ਸੋ ਇਹ ਵੀ ਆਪਾਂ ਨੇ ਕੁਐਸਚਨ ਦਾ ਆਨਸਰ ਕਰਨਾ ਹੈ ਧਿਆਨ ਦੇ ਨਾਲ। ਸੋ ਇਹ ਸੀ ਪੂਰਾ ਟੌਪਿਕ ਆਪਣਾ ਅੱਜ ਦਾ ਵੈਬ ਸਰਚ ਇੰਜਨ ਬਾਰੇ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਾਰਾ ਸਮਝ ਆ ਗਿਆ ਹੋਊਗਾ। ਤੁਸੀਂ ਆਪਣੇ ਦਿਮਾਗ ਵਿੱਚ ਜਦੋਂ ਵੀ ਇਹ ਟੌਪਿਕ ਪੜ੍ਹਨਾ ਹੈ ਗੂਗਲ ਨੂੰ ਸਾਹਮਣੇ ਰੱਖ ਕੇ ਪੜ੍ਹਨਾ ਹੈ, ਦਿਮਾਗ 'ਚ ਗੂਗਲ ਦੀ ਪਿਕਚਰ ਲੈ ਕੇ ਆਉਣੀ ਹੈ। ਸੋ ਜਿਵੇਂ ਤੁਸੀਂ ਇਸ ਟੌਪਿਕ ਨੂੰ ਪੜ੍ਹੋਗੇ, ਵੀਡੀਓ ਨੂੰ ਸੁਣੋਗੇ, ਤੁਹਾਨੂੰ ਪੂਰਾ ਦਾ ਪੂਰਾ ਕੰਸੈਪਟ ਬਹੁਤ ਜ਼ਿਆਦਾ ਈਜ਼ੀ ਤਰੀਕੇ ਦੇ ਨਾਲ ਕਲੀਅਰ ਹੋ ਜਾਊਗਾ। ਐਂਡ ਪਲੀਜ਼ ਡੂ ਲਾਈਕ, ਸ਼ੇਅਰ, ਸਬਸਕ੍ਰਾਈਬ ਐਂਡ ਕਮੈਂਟ ਔਨ ਮਾਈ ਚੈਨਲ। ਕੀਪ ਸਪੋਰਟਿੰਗ। ਥੈਂਕ ਯੂ ਸੋ ਮਚ ਐਂਡ ਗੁੱਡ ਲੱਕ।